ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਦੀ ਤਰ੍ਹਾਂ ਅਸੀਂ ਇਸ ਪ੍ਰੋਗਰਾਮ 'ਚ ਜੋ ਦੇਸ਼ ਦੁਨੀਆ 'ਚ ਵਾਪਰ ਰਿਹਾ ਤੇ ਜਿਹੜੀਆਂ ਖਬਰਾਂ ਤੁਹਾਡੇ ਲਈ ਜਾਣਨੀਆਂ ਜ਼ਰੂਰੀ ਨੇ ਉਹਨਾਂ ਦੇ ਉੱਪਰ ਗੱਲਬਾਤ ਕਰਦੇ ਹਾਂ। ਇੱਕ ਤੇ ਕਰੋਨਾ ਵਾਇਰਸ ਦੀ ਸਥਿਤੀ ਕੀ ਹੈ ਜੀ, ਉਹਦੇ ਉੱਪਰ ਆਪਾਂ ਗੱਲ ਕਰਾਂਗੇ। ਦੇਸ਼ ਦੁਨੀਆ 'ਚ, ਭਾਰਤ 'ਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਲੋਕਡਾਊਨ ਹੈ ਉਹਨੂੰ ਸਮਾਪਤ ਕਰਨ ਦੇ ਲਈ ਮੀਟਿੰਗ ਚੱਲ ਪਈ ਆ। 3 ਆਖਰੀ ਤਰੀਕ ਆ ਤੇ ਇਹਦੇ 'ਚ ਹੋਏਗਾ ਕੀ ਜਾਂ ਹੋ ਕੀ ਸਕਦਾ ਉਹ ਜ਼ਿਕਰ ਵੀ ਕਰਾਂਗੇ। ਪੰਜਾਬ ਨਾਲ ਰਿਲੇਟਡ ਕੁਝ ਗੱਲਾਂ ਹੋਰ ਨੇ ਜਿਹਦੇ ਵਿੱਚ ਖਾਸ ਗੱਲ ਜਿਹੜੀ ਬਾਹਰ ਬੈਠੇ ਵਿਦੇਸ਼ੀ ਨੇ, ਵਿਦੇਸ਼ੀ ਤਾਂ ਨਹੀਂ ਹੈਗੇ, ਖੈਰ ਉਹ ਹੈ ਤਾਂ ਭਾਰਤ ਦੇ ਨਾਗਰਿਕ ਹੀ, ਪਰ ਕੋਈ ਜਿੱਦਾਂ ਵਿਜ਼ਟਰ ਵੀਜ਼ੇ 'ਤੇ ਗਿਆ ਜਾਂ ਕਿ ਬਾਹਰ ਗਿਆ ਤਾਂ ਉਹ ਇੰਡੀਆ ਤੋਂ ਜਾਂ ਪੰਜਾਬ ਤੋਂ ਬਾਹਰ ਜਾ ਕੇ ਉੱਧਰ ਫਸ ਗਿਆ ਅਤੇ ਉਹ ਵਾਪਸ ਪੰਜਾਬ ਆਉਣਾ ਚਾਹੁੰਦਾ ਤਾਂ ਉਹਦੇ ਲਈ ਉਹ ਕਿੱਥੇ ਰਜਿਸਟ੍ਰੇਸ਼ਨ ਕਿਵੇਂ ਹੋਣੀ ਹੈ, ਉਹ ਸਾਰੀ ਗੱਲਬਾਤ ਵੀ ਅੱਜ ਆਪਾਂ ਆਪ ਜੀ ਦੇ ਨਾਲ ਕਰਾਂਗੇ। ਉਹ ਲਿੰਕ ਵੀ ਆਪ ਜੀ ਨੂੰ ਪ੍ਰੋਵਾਈਡ ਕਰ ਦਿਆਂਗੇ। ਸੋ ਇਹਨਾਂ ਗੱਲਾਂ ਦਾ ਤੁਸੀਂ ਖਿਆਲ ਰੱਖਣਾ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ। ਪਰ ਸਭ ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। 527 ਆ ਗਈ। ਆਪਾਂ 2 ਦਿਨ ਪਹਿਲਾਂ ਵੀ ਗੱਲ ਕਰਦੇ ਸੀ ਵੀ 27 ਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨੀ ਆ ਕਿ ਵੀ ਕੀ ਕਰਨਾ 3 ਮਈ ਤੋਂ ਬਾਅਦ। ਤੇ ਹੁਣ ਅੱਜ ਜਦੋਂ ਇਹ ਹੈ ਤਾਂ ਵੀਡੀਓ ਕਾਨਫਰੰਸਿੰਗ ਹੀ, ਪਰ ਉਹਦੇ 'ਚ ਵੀ ਕਹਿੰਦੇ ਕੇਰਲਾ ਦੇ ਮੁੱਖ ਮੰਤਰੀ ਨੇ ਹਾਜ਼ਰੀ ਨਹੀਂ ਲਵਾਈ। ਇਹਦਾ ਕੀ ਕਾਰਨ ਆ ਤੇ ਦੂਜਾ ਅੱਜ ਦੀ ਮੀਟਿੰਗ 'ਚੋਂ ਤੁਹਾਨੂੰ ਕੀ ਲੱਗਦਾ ਕਿ ਕੀ ਨਿਕਲ ਸਕਦਾ ਜੀ? ਦੇਖੋ, ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦਿਆਂ ਕਿ ਉਹਨੇ ਹਾਜ਼ਰੀ ਕਿਉਂ ਨਹੀਂ ਲਵਾਈ ਜੀ। ਇੱਕ ਤਾਂ ਅਣਦੱਸੇ ਤੌਰ 'ਤੇ ਪ੍ਰੋਟੈਸਟ ਹੋ ਸਕਦਾ ਕਿ ਕੇਂਦਰ ਦੀ ਸਰਕਾਰ ਜਿਨ੍ਹਾਂ ਰਾਜਾਂ 'ਚ ਭਾਜਪਾ ਦੀਆਂ ਸਰਕਾਰਾਂ ਨਹੀਂ ਉਹਨਾਂ ਨਾਲ ਜਿਹੜਾ ਵਿਹਾਰ ਕਰਦੀ ਪਈ ਆ ਉਹਦਾ ਕਰਕੇ ਗੁੱਸਾ ਹੈਗਾ, ਰੋਸ ਹੈਗਾ, ਕਈਆਂ ਦੇ ਮਨ ਵਿੱਚ ਰੋਸ ਆ ਜੀ। ਤੇ ਕੇਰਲਾ ਵਾਲੇ ਮੁੱਖ ਮੰਤਰੀ ਦੇ ਮਨ ਵਿੱਚ ਵੀ ਹੈ। ਦੂਜਾ ਇਹ ਕਿ ਇਹਨਾਂ ਨੇ ਇਹ ਤਾਂ ਪਤਾ ਹੀ ਹੈ ਕਿ ਲਾਕਡਾਊਨ ਹਟਾਉਣਾ ਕਿ ਰੱਖਣਾ ਉਹਦੇ ਬਾਰੇ ਫੈਸਲਾ ਕਰਨਾ। ਉਹਦੇ ਨਾਲ ਵੀ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਕਿਤੇ ਪਹਿਲਾਂ ਇਹ ਸੰਕੇਤ ਦਿੱਤਾ ਕਿ ਮੁੱਖ ਫੋਕਸ ਜਿਹੜਾ ਨਾਰਥ ਈਸਟ, ਉੱਤਰ ਪੂਰਬ ਦੇ ਰਾਜਾਂ ਵਾਲੇ ਪਾਸੇ ਨੂੰ ਹੋਣਾ। ਜੀ। ਇਹ ਪਤਾ ਨਹੀਂ ਕਿਉਂ ਦੇ ਦਿੱਤਾ। ਗੱਲ ਤਾਂ ਸਾਰੇ ਦੇਸ਼ ਦੀ ਹੋਣੀ ਸੀ ਜਾਂ ਮੀਡੀਆ 'ਚ ਚਲਾ ਗਿਆ। ਤਾਂ ਉਹਨੇ ਆਖਿਆ ਜੀ ਸਾਡਾ ਸੂਬਾ ਠੀਕ ਠਾਕ ਹੈ, 400 ਕੇਸ ਹੋਏ ਆ, ਉਹ 'ਚੋਂ 4 ਮੌਤਾਂ ਹੁਣ ਤੱਕ ਹੋਈਆਂ ਨੇ, ਬਾਕੀ ਸਾਰੇ ਅਸੀਂ ਜਿਹੜੇ ਉਹ ਠੀਕ ਕਰ ਲਿਆ। ਜੀ। ਠੀਕ ਹੋਣ ਵਾਲੇ ਜਿਹੜੇ ਆ ਕੁਝ ਲੋਕ ਅਜੇ ਹਸਪਤਾਲ 'ਚ ਹੈਗੇ ਵੀ ਨੇ, ਪਰ ਠੀਕ ਹੋਣ ਦੀ ਜਿਹੜੀ ਐਵਰੇਜ ਆ ਦੇਸ਼ ਦੇ ਵਿੱਚ ਅਜੇ 22-23% ਲੋਕਾਂ ਦੀ ਰਿਕਵਰੀ ਹੈ ਜੀ। ਅਤੇ ਸਾਡੀ 65% ਤੋਂ ਵੱਧ ਹੈ। ਅਤੇ ਅਸੀਂ ਇਸ ਮੀਟਿੰਗ ਦੇ ਉੱਤੇ ਟਾਈਮ ਕਾਹਨੂੰ ਐਵੇਂ ਲਾਉਣਾ। ਚੀਫ ਮਿਨਿਸਟਰ ਹੋਇਆ ਜਾਂ ਚੀਫ ਸੈਕਟਰੀ ਹੋ ਗਿਆ, ਇੱਕੋ ਹੀ ਗੱਲ ਆ। ਸਰਕਾਰ ਵੱਲੋਂ ਕੋਈ ਚਾਹੀਦਾ ਚੀਫ ਸੈਕਟਰੀ ਪ੍ਰਧਾਨ ਮੰਤਰੀ ਨਾਲ ਮੀਟਿੰਗ 'ਚ ਸ਼ਾਮਲ ਹੋਵੇਗਾ ਜੀ। ਅਤੇ ਹੋ ਗਿਆ। ਮੋਦੀ ਸਾਹਿਬ ਆਪ ਜਦੋਂ ਮੁੱਖ ਮੰਤਰੀ ਹੁੰਦੇ ਸੀ ਇਹ ਵੀ ਕਈ ਵਾਰ ਇੱਦਾਂ ਕਰਦੇ ਰਿਹਾ। ਇਹ ਤਾਂ ਫਿਰ ਚੱਲਦਾ ਰਹਿੰਦਾ। ਅਗਲੀ ਗੱਲ ਹੈ ਕਿ ਉੱਥੇ ਹੋਵੇਗਾ ਕੀ। ਉੱਥੋਂ ਵਾਲੀ ਮੀਟਿੰਗ ਦੇ ਵਿੱਚ ਉੜੀਸਾ ਦੇ ਮੁੱਖ ਮੰਤਰੀ ਨੇ, ਜਿੱਥੇ ਸਭ ਤੋਂ ਘੱਟ ਮਾਰ ਪਈ ਹੈ ਜੀ, ਅਜੇ ਤੱਕ ਇੱਕ ਵੀ ਮੌਤ ਨਹੀਂ ਸ਼ਾਇਦ ਹੋਈ ਅਤੇ ਸਾਰੇ 70-80 ਕੇਸ ਨੇ, ਰਿਕਵਰੀ ਕਾਫੀ ਆ। ਸਭ ਤੋਂ ਪਹਿਲਾਂ ਉਹਨੇ ਮੰਗ ਰੱਖੀ ਆ ਕਿ ਲਾਕਡਾਊਨ 3 ਮਈ ਨੂੰ ਖਤਮ ਨਾ ਕਰਿਓ, 1 ਮਹੀਨਾ ਘੱਟੋ ਘੱਟ ਹੋਰ ਵਧਾ ਦਿਓ। ਜੀ। ਅਜੇ ਮੀਟਿੰਗ ਚੱਲਦੀ ਪਈ ਆ ਅਤੇ ਚੱਲਦੀ ਮੀਟਿੰਗ 'ਚ ਜਿਹੜੀ ਗੱਲ ਸਾਹਮਣੇ ਆਈ ਹੈ ਮੀਡੀਆ ਦਿੱਤੀ ਉਹ ਸਿਰਫ ਇੰਨੀ ਆ। ਜੇ ਉਹਨੇ ਇਹ ਗੱਲ ਕਹਿਤੀ ਹੈ ਅਤੇ ਜਿਹੜੇ ਰਾਜ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਉਹ ਕਿਉਂ ਨਾ ਕਹਿਣਗੇ। ਜੀ। ਇਹ ਹੋ ਸਕਦਾ ਕਿ ਕੁਝ ਗਰੀਬੀ ਮਾਰੇ ਰਾਜ ਇਹ ਆਖਣ ਕਿ ਲਾਕਡਾਊਨ ਵੀ ਰੱਖ ਲਓ, ਖੁੱਲ੍ਹਾ ਵੀ ਦਿਓ। ਸਾਰਾ ਕੁਝ ਜੋ ਹੋਵੇਗਾ ਮੀਟਿੰਗ ਚੱਲਦੀ 'ਚ ਉਹ ਬਾਅਦ 'ਚ ਪਤਾ ਲੱਗੇਗਾ। ਪਰ ਲੱਗਦਾ ਕਿ ਇਹਦੇ ਤੋਂ ਬਾਅਦ ਫੈਸਲਾ ਛੱਡ ਦਿੱਤਾ ਜਾਣਾ ਪ੍ਰਧਾਨ ਮੰਤਰੀ 'ਤੇ, ਅਤੇ ਪ੍ਰਧਾਨ ਮੰਤਰੀ ਸਾਹਿਬ ਇੱਕ ਵਾਰੀ ਫਿਰ ਜਾਂ ਤਾਂ 3 ਤਰੀਕ ਨੂੰ ਸਵੇਰੇ ਜਾਂ 3 ਤਰੀਕ ਸ਼ਾਮ ਨੂੰ ਲੋਕਾਂ ਨੂੰ ਕਹਿਣਗੇ ਮੈਂ ਤੁਹਾਡੇ ਕੁਝ ਮਿੰਟ ਲੈਣ ਲੱਗਾ ਜੀ, ਤੁਹਾਡੇ ਕੁਝ 4 ਹਫ਼ਤੇ ਹੋਰ ਚਾਹੀਦੇ ਆ। ਉਦੋਂ ਐਲਾਨ ਕਰਨਗੇ, ਉਸ ਤੋਂ ਪਹਿਲਾਂ ਐਲਾਨ ਕਰਨਾ ਨਹੀਂ। ਜੀ। ਪਰ ਦੂਸਰੇ ਪਾਸੇ ਜਿਹੜੀ ਚਰਚਾ ਇਹ ਹੈ ਪਨੂ ਸਾਹਿਬ ਕਿ ਇਕੋਨਮੀ ਜਿਹੜੀ ਹੈ ਜੀ ਉਹਨੂੰ ਬਹੁਤ ਵੱਡਾ ਝਟਕਾ ਲੱਗ ਸਕਦਾ। ਬਹੁਤ ਸਾਰੀਆਂ ਸਟੇਟਾਂ ਦੇ ਕਹਿ ਲਓ ਕਿ ਵੀ ਲੋਕਾਂ ਵੱਲੋਂ ਜਾਂ ਕਹਿ ਲਓ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਹ ਖਦਸ਼ਾ ਜਤਾਇਆ ਜਾ ਰਿਹਾ ਵੀ ਜੇ ਲੋਕਡਾਊਨ ਵੱਧ ਗਿਆ ਅਤੇ ਭਾਰਤ ਦੀ ਅਰਥ ਵਿਵਸਥਾ ਇੱਦਾਂ ਦੀ ਡਾਵਾਂਡੋਲ ਹੋਊਗੀ ਵੀ ਇਹਨਾਂ ਕੋਲੋਂ ਸਾਂਭੀ ਨਹੀਂ ਜਾਣੀ। ਫਿਰ ਉਹਦੇ ਬਾਰੇ ਕੀ ਕਹਿੰਦੇ ਹੋ? ਦੇਖੋ, ਅਰਥ ਵਿਵਸਥਾ ਜਿਹੜੀ ਆ ਸਾਡੀ ਆਰਥਿਕਤਾ ਨੂੰ ਝਟਕਾ ਤਾਂ ਲੱਗਣਾ ਹੀ ਲੱਗਣਾ ਜੀ। ਇੰਟਰਨੈਸ਼ਨਲ ਮੋਨੀਟਰੀ ਫੰਡ ਅਤੇ ਵਰਲਡ ਬੈਂਕ ਪਹਿਲਾਂ ਕਹਿ ਚੁੱਕੇ ਆ ਕਿ ਇਕਾਨਮੀ ਨੂੰ ਸਾਰੀ ਦੁਨੀਆ 'ਚ ਝਟਕਾ ਲੱਗਣਾ। ਜਿਹੜੇ ਦੇਸ਼ਾਂ 'ਚ ਘੱਟ ਝਟਕਾ ਲੱਗਣਾ ਉਹਨਾਂ 'ਚ ਇੰਡੀਆ ਅਤੇ ਚੀਨ ਆਉਂਦੇ ਜੀ। ਹੋ ਸਕਦਾ ਸਾਡੇ ਘੱਟ ਲੱਗੇ, ਐਵੇਂ ਤਾਂ ਉਹ ਕਹਿੰਦੇ ਨਹੀਂ ਹੋਣਗੇ। ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਜਿਹੜੀ ILO UN ਨਾਲ ਮਿਲ ਕੇ ਚੱਲਦੀ ਜੀ, ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਭਾਰਤ ਵਿੱਚ ਵੀ ਬਹੁਤ ਵੱਡਾ ਝਟਕਾ ਲੱਗੇਗਾ। ਬਾਕੀ ਦੇਸ਼ਾਂ 'ਚ ਵੱਧ ਲੱਗ ਸਕਦਾ, ਭਾਰਤ ਵਿੱਚ ਘੱਟ ਹੋ ਸਕਦਾ, ਪਰ ਭਾਰਤ ਵਿੱਚ ਵੀ ਉਹਨਾਂ ਨੇ ਵੀ ਆਖਿਆ ਉਹ ਕਹਿੰਦੇ ਆ ਜੀ ਰੁਜ਼ਗਾਰ ਲੱਖਾਂ ਲੋਕਾਂ ਦੇ ਖਤਮ ਹੋ ਜਾਣੇ। ਜੀ।
ਕਈ ਛੋਟੀਆਂ ਕੰਪਨੀਆਂ ਡੁੱਬ ਜਾਣੀਆਂ, ਇੰਨਾ ਪੈਸਾ ਉਹਨਾਂ ਕੋਲ ਨਹੀਂ ਰਹਿਣਾ ਕਿ ਉਹ ਆਪਣੇ ਆਪ ਨੂੰ ਸਰਵਾਈਵ ਕਰ ਸਕਣ, ਕੰਮ ਚੱਲਦਾ ਰੱਖ ਸਕਣ। ਕਈ ਵੱਡੀਆਂ ਕੰਪਨੀਆਂ ਵੀ ਇਸ ਵੇਲੇ ਤਬਾਹ ਹੋਈਆਂ ਪਈਆਂ। ਲੋਕੀ ਕਰਫਿਊ 'ਚ ਇੱਕ ਇੱਕ ਬੁਰਕੀ ਨੂੰ, ਰੋਟੀ ਨੂੰ ਰੋਂਦੇ ਪਏ ਨੇ, ਤੇ ਵੱਡੀਆਂ ਕੰਪਨੀਆਂ, ਕੱਲ੍ਹ ਬਿਆਨ ਆਇਆ ਕਿ ਦੇਖੋ ਜੀ ਸਾਡੇ ਕਾਰੋਬਾਰ ਦਾ ਕੀ ਹਾਲ ਹੈ, ਸਾਰੇ ਮਹੀਨੇ ਦੇ ਵਿੱਚ ਇੱਕ ਵੀ ਕਾਰ ਨਹੀਂ ਵਿਕੀ ਜੀ। ਆ ਮੌਕਾ ਕਾਰਾਂ ਵੇਚਣ ਖਰੀਦਣ ਦਾ, ਇਸ ਮੌਕੇ ਦੇ ਉੱਤੇ ਵੀ ਉਹ ਕਾਰਾਂ ਵੇਚਣ ਦੀ ਝਾਕ ਲਾਈ ਬੈਠੇ ਜੀ। ਦੂਸਰਾ ਪੱਖ ਇਹ ਵੇਖੋ, ਪੰਜਾਬ ਦੇ ਪਾਵਰਕਾਮ ਵੱਲੋਂ ਕਹਿੰਦੇ ਆ ਕਿ ਬਿੱਲਾਂ ਦੇ ਮਾਮਲੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਪਿਛਲੇ ਐਵਰੇਜ ਨਾਲ ਬਿੱਲ ਦੇ ਦਿਓ। ਮੈਂ ਇਹਨੂੰ ਨਿੱਜੀ ਤੌਰ ਤੇ ਚੈੱਕ ਨਹੀਂ ਕਰ ਸਕਿਆ, ਪਰ ਕੁਝ ਲੋਕਾਂ ਦੀਆਂ ਵੀਡੀਓਜ਼ ਆਈਆਂ ਨੇ ਕਿ ਐਵਰੇਜ ਕਿੱਦਾਂ ਕੱਢੀ ਜਾਂਦੀ ਹੈ। ਇਹ ਨਹੀਂ ਕਿ ਪਿਛਲੇ 6 ਮਹੀਨਿਆਂ ਦੇ ਬਿੱਲ ਵੇਖੋ ਤੇ ਉਹਨਾਂ ਨੂੰ ਜੋੜ ਕੇ ਤੇ 6 ਦੇ ਉੱਤੇ ਡਿਵਾਈਡ ਕਰ ਦਿਓ ਤੇ ਐਵਰੇਜ ਕੱਢ ਲਓ ਜੀ। ਵੇਖਿਆ ਗਿਆ ਕਿ ਪਿਛਲੇ ਸਾਲ ਮਾਰਚ ਵਿੱਚ ਕਿੰਨਾ ਬਿੱਲ ਸੀ, ਉਸੇ ਹਿਸਾਬ ਨਾਲ ਇਸ ਵਾਰੀ ਘੱਲ ਦਿਓ। ਪਿਛਲੇ ਸਾਲ ਅਪ੍ਰੈਲ ਵਿੱਚ ਕਿੰਨਾ ਸੀ, ਹੁਣ ਘੱਲ ਦਿਓ। ਹੁਣ ਜੇ ਪਿਛਲੇ ਸਾਲ ਕੋਈ ਅਦਾਰਾ ਚੱਲਦਾ ਸੀ, ਕੋਈ ਇੰਸਟੀਚਿਊਟ ਚੱਲਦਾ ਸੀ, ਕੋਈ ਹਸਪਤਾਲ ਚੱਲਦਾ ਸੀ, ਉੱਥੇ ਪਬਲਿਕ ਆਉਂਦੀ ਸੀ, ਰਾਤ ਦਿਨ ਮਸ਼ੀਨਾਂ ਚੱਲਦੀਆਂ ਸੀ, ਐਕਸਰੇ ਮਸ਼ੀਨਾਂ ਵੀ ਚੱਲਦੀਆਂ, ਸਕੈਨਿੰਗ ਮਸ਼ੀਨਾਂ ਵੀ ਚੱਲਦੀਆਂ। ਉਹਦਾ ਪਿਛਲੇ ਸਾਲ ਦਾ ਬਿੱਲ ਹੋਰ ਸੀ। ਇਸ ਸਾਲ ਜੋ ਸਾਰਾ ਕੁਝ ਠੱਪ ਪਿਆ, OPD ਵੀ ਬੰਦ ਰੱਖੀ ਗਈ ਜੀ, ਤੇ ਉਹਦਾ ਪਿਛਲੇ ਸਾਲ ਵਾਲਾ ਬਿੱਲ ਐਵਰੇਜ ਨਾਲ ਕਿੱਦਾਂ ਭੇਜਿਆ ਜਾ ਸਕਦਾ। ਮੈਂ ਪਿਛਲੇ ਸਾਲ, ਇਹ ਹੋ ਸਕਦਾ ਕਿ ਮੈਂ ਬਠਿੰਡੇ ਵੀ ਗਿਆ ਹੋਵਾਂ, ਇਹ ਹੋ ਸਕਦਾ ਮੈਨੂੰ ਚੰਡੀਗੜ੍ਹ ਜਾਣਾ ਪਿਆ ਹੋਵੇ, ਇਹ ਹੋ ਸਕਦਾ ਕਿਸੇ ਵਿਆਹ 'ਤੇ ਮੈਂ ਗੁਰਦਾਸਪੁਰ ਗਿਆ ਹੋਵਾਂ, ਕਿਸੇ ਮਰਗ ਦੇ ਭੋਗ ਦੇ ਉੱਤੇ ਮੈਂ ਲੁਧਿਆਣੇ ਜਾਂ ਰੋਪੜ ਵੀ ਗਿਆ ਹੋਵਾਂ। ਇਸ ਸਾਲ ਕਰਫਿਊ 'ਚ ਮੈਂ ਕਿਤੇ ਗਿਆ ਹੀ ਨਹੀਂ ਜੀ। ਜਿਹੜਾ ਮੇਰਾ ਪਿਛਲੇ ਸਾਲ ਦਾ ਪੈਟਰੋਲ ਦਾ ਬਿੱਲ ਸੀ, ਮੇਰੀ ਕਾਰ ਚੱਲਦੀ ਪਈ ਸੀ, ਉਹਦੇ ਉੱਤੇ ਇਹ ਹੋ ਸਕਦਾ ਕਿ ਪਿਛਲੇ ਸਾਲ ਮੈਂ ਇਸੇ ਮਹੀਨੇ 'ਚ 12,000 ਦਾ ਤੇਲ ਫੂਕਿਆ ਹੋਵੇ। ਇਸ ਮਹੀਨੇ ਕਾਰ ਹੀ ਖੜੀ ਹੈ, ਤੇਲ ਪਾਉਣ ਜਾਣਾ ਹੀ ਨਹੀਂ ਪਿਆ, ਸਾਰਾ ਮਹੀਨਾ ਜ਼ੀਰੋ ਬਿੱਲ ਹੈ ਜੀ। ਫਿਰ ਮੈਨੂੰ ਕੀ ਪਿਛਲੇ ਸਾਲ ਦੇ ਹਿਸਾਬ ਨਾਲ ਉਨਾ ਹੀ ਬਿੱਲ ਦੇਣਾ ਚਾਹੀਦਾ? ਇਹ ਕਿੱਦਾਂ ਹੋ ਸਕਦਾ? ਇਹ ਸਮੱਸਿਆ ਜਿਹੜੀ ਹੈ, ਜਿਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੇ ਬਿੱਲ ਪੈਂਦੇ ਪਏ, ਉਹ ਵੀ ਕੱਲ੍ਹ ਨੂੰ ਸਮੱਸਿਆ ਆਉਣੀ ਜੀ। ਕਈ ਹੋਰ ਲੋਕ ਹੈ ਜਿਨ੍ਹਾਂ ਨੂੰ ਸਮੱਸਿਆਵਾਂ ਆਉਣਗੀਆਂ। ਟੈਕਸਾਂ ਦੇ ਮਾਮਲੇ ਵਿੱਚ ਵੀ ਤੁਸੀਂ ਵੇਖਿਓ, ਕੇਂਦਰ ਸਰਕਾਰ ਜਿਹੜਾ ਇਸ ਵੇਲੇ ਪੈਸਾ ਤਾਂ ਲਾ ਰਹੀ ਹੈ। ਅੱਜ ਰਿਜ਼ਰਵ ਬੈਂਕ ਨੇ ਕਹਿ ਦਿੱਤਾ ਮਿਊਚੁਅਲ ਫੰਡਾਂ ਨੂੰ ਡੁੱਬਣ ਤੋਂ ਬਚਾਉਣ ਵਾਸਤੇ ਅਸੀਂ 50,000 ਕਰੋੜ ਰੁਪਈਆ ਹੋਰ ਕੱਢ ਰਹੇ ਹਾਂ ਜੀ, ਤਾਂ ਕਿ ਕੈਸ਼ ਫਲੋ ਵੱਧ ਜਾਵੇ। ਅਜੇ ਥੋੜ੍ਹੇ ਦਿਨ ਪਹਿਲਾਂ 50,000 ਕਰੋੜ ਕੱਢਿਆ ਸੀ, 50,000 ਕਰੋੜ ਹੋਰ ਕੱਢਣ ਲੱਗੇ। ਇਹ ਸਾਰਾ ਪੈਸਾ ਜਿੰਨਾ ਇਸ ਵੇਲੇ ਲਾਈ ਜਾ ਰਹੇ ਨੇ, ਔਰ ਲਾਉਣਾ ਵੀ ਜ਼ਰੂਰੀ ਹੈ, ਉਹ ਪੈਸਾ ਜਦੋਂ ਕੱਲ੍ਹ ਨੂੰ ਪੂਰਾ ਕਰਨਾ ਤੇ ਕਿੱਥੋਂ ਆਉਣਾ? ਉਹ ਫਿਰ ਸਾਡੇ ਸਿਰ ਤੇ ਪੈ ਜਾਣਾ। ਉਹ ਸਮੱਸਿਆ ਜਿਹੜੀ ਅੰਤ ਨੂੰ ਤਾਂ ਜਿੰਨਾ ਮਰਜ਼ੀ ਰੁੱਖ ਫੈਲ ਜਾਵੇ, ਭਾਰ ਜੜ੍ਹ ਤੇ ਪੈਣਾ, ਤੇ ਜੜ ਆਮ ਆਦਮੀ ਹੈ। ਆਮ ਆਦਮੀ ਦੇ ਉੱਤੇ ਭਾਰ ਇੱਕ ਵਾਰੀ ਫਿਰ ਪੈਣਾ ਹੀ ਪੈਣਾ ਜੀ। ਤੇ ਇਸ ਵਕਤ ਸਥਿਤੀ ਦੀ ਜੇ ਆਪਾਂ ਗੱਲ ਕਰੀਏ ਤਾਂ ਕੀ ਹੈ ਜੀ ਕਰੋਨਾ ਦੀ? ਕਰੋਨਾ ਦੀ ਸਥਿਤੀ ਜੇ ਤੇ ਸੰਸਾਰ ਪੱਧਰ ਤੇ ਪੁੱਛੋ ਤੇ ਉੱਥੇ ਹੁਣ ਤੱਕ 2 ਲੱਖ ਤੋਂ 7,000 ਵੱਧ ਮੌਤਾਂ ਹੋ ਚੁੱਕੀਆਂ ਨੇ। ਅਮਰੀਕਾ ਇਕੱਲੇ 'ਚ 55,000 ਮੌਤਾਂ ਹੋ ਗਈਆਂ ਨੇ। ਇਟਲੀ ਦੇ ਵਿੱਚ 26,500 ਨੇ, ਸਪੇਨ ਦੇ ਵਿੱਚ 23,000 ਤੋਂ ਉੱਪਰ ਨੇ, ਫਰਾਂਸ ਦੇ ਵਿੱਚ 23,000 ਤੋਂ 150 ਮੌਤ ਘੱਟ ਹੈ। ਨਿਊਯਾਰਕ ਸ਼ਹਿਰ ਇਕੱਲੇ ਦੇ ਵਿੱਚ 22,500 ਮੌਤਾਂ ਨੇ, ਤੇ ਜਿਹੜਾ UK ਆ, ਗ੍ਰੇਟ ਬ੍ਰਿਟਨ, ਉਹਦੇ ਵਿੱਚ 20,000 ਤੋਂ 700 ਮੌਤਾਂ ਉੱਤੇ ਹੋ ਗਈਆਂ ਨੇ। ਸਾਡੇ ਗੁਆਂਢ ਪਾਕਿਸਤਾਨ ਦੇ ਵਿੱਚ ਵੀ ਮੌਤਾਂ ਵੱਧ ਰਹੀਆਂ, ਹੁਣ ਤੱਕ 281 ਹੋ ਗਈਆਂ ਨੇ। ਭਾਰਤ ਦੇ ਵਿੱਚ ਇੱਥੇ ਅਜੇ ਤੱਕ 872 ਮੌਤਾਂ ਹੋਈਆਂ ਨੇ। 872 ਬਹੁਤ ਹੁੰਦੀਆਂ, ਅਸੀਂ 1000 ਦੇ ਨੇੜੇ ਪਹੁੰਚ ਚੱਲੇ ਹਾਂ। ਗੁਰਪ੍ਰੀਤ ਜੀ, ਕੇਸ ਵੀ ਇੱਥੇ 27,892 ਹੋ ਚੁੱਕੇ ਨੇ ਜੀ। ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਮਾਰ ਫਿਰ 2-3 ਸੂਬਿਆਂ 'ਚ ਪੈ ਰਹੀ ਆ। ਮਹਾਰਾਸ਼ਟਰ 'ਚ ਹੁਣ ਤੱਕ 342 ਮੌਤਾਂ ਹੋ ਚੁੱਕੀਆਂ ਨੇ। ਗੁਜਰਾਤ ਦੇ ਵਿੱਚ ਸਾਰਿਆਂ ਤੋਂ ਮਗਰੋਂ ਮੌਤਾਂ ਹੋਣੀਆਂ ਸ਼ੁਰੂ ਹੋਈਆਂ ਸੀ, ਤੇ ਸਾਰਿਆਂ ਨੂੰ ਪਿੱਛੇ ਛੱਡ ਕੇ ਮਹਾਰਾਸ਼ਟਰ ਦੇ ਲਾਗੇ ਪਹੁੰਚ ਗਿਆ, ਬਾਕੀ ਸਭ ਤੋਂ ਉੱਪਰ ਆ। 151 ਮੌਤਾਂ ਹੋ ਚੁੱਕੀਆਂ ਨੇ। ਮੱਧ ਪ੍ਰਦੇਸ਼ ਵੀ ਪਿੱਛੋਂ ਸ਼ੁਰੂ ਹੋਇਆ ਸੀ, ਉੱਥੇ ਵੀ 103 ਨੇ। ਦਿੱਲੀ ਪਹਿਲਾਂ ਸ਼ੁਰੂ ਹੋਇਆ ਸੀ, ਉੱਥੇ ਪਹਿਲਾਂ ਬੜੀ ਤੇਜ਼ੀ ਨਾਲ ਵਧੀਆਂ 20, 25, 30, 40। ਹੁਣ ਆਹ 2 ਦਿਨ ਹੋ ਗਏ 54 ਤੇ ਟਿਕੇ ਹੋਏ ਆ ਉੱਥੇ ਮੌਤਾਂ। ਉਹਨਾਂ ਨੇ ਕੁਝ ਨਾ ਕੁਝ ਕੰਮ ਰੋਕਿਆ। ਰਾਜਸਥਾਨ ਦੇ ਵਿੱਚ ਵੀ ਰੁਕਿਆ 33 ਤੇ, ਆਂਧਰਾ ਪ੍ਰਦੇਸ਼ ਦੇ ਵਿੱਚ ਵੀ, ਬਾਕੀ ਸਾਰੇ ਸੂਬਿਆਂ 'ਚ ਤਕਰੀਬਨ ਰੁਕਿਆ। ਜਿਹੜਾ ਮਹਾਰਾਸ਼ਟਰ, ਗੁਜਰਾਤ ਤੇ ਮੱਧ ਪ੍ਰਦੇਸ਼, ਇਹਨਾਂ ਤਿੰਨਾਂ ਦੀ ਸਥਿਤੀ ਜਿਹੜੀ ਆ ਉਹ ਬਹੁਤ ਜ਼ਿਆਦਾ ਡਰਾਉਂਦੀ ਪਈ ਆ ਜੀ। ਸਾਡੇ ਪੰਜਾਬ ਦੇ ਵਿੱਚ ਵੀ ਮਾੜੀ ਗੱਲ ਹੀ ਹੋਈ ਆ ਕਿ ਨਵਾਂ ਸ਼ਹਿਰ ਦੇ ਵਿੱਚ ਫਿਰ ਇੱਕ ਕੇਸ ਕੱਲ੍ਹ ਦਾ ਕਹਿੰਦੇ ਆ ਗਿਆ ਜੀ।
ਜਲੰਧਰ ਦੇ ਵਿੱਚ ਸਥਿਤੀ ਸਭ ਤੋਂ ਵੱਧ ਮਾੜੀ ਹੈ। ਇੱਕ ਅਦਾਰੇ ਦੇ ਨਾਲ ਸੰਬੰਧਿਤ ਕੁਝ ਲੋਕ ਇਨਫੈਕਟਡ ਹੋਏ, ਉਹਨਾਂ ਤੋਂ ਕੁਝ ਹੋਰ ਹੋਏ, ਉਹ ਚੇਨ ਵੱਧਦੀ ਜਾ ਰਹੀ ਹੈ। ਹੁਣ ਤੱਕ 3 ਮੌਤਾਂ ਹੋ ਚੁੱਕੀਆਂ ਨੇ, 75 ਕੇਸ ਨੇ ਇੱਥੇ, ਤੇ ਮੋਹਾਲੀ ਦੇ ਵਿੱਚ 63 ਕੇਸਾਂ ਤੇ ਪਰਸੋਂ ਦੀ ਗੱਲ ਰੁਕੀ ਆ, ਸ਼ੁਕਰ ਹੈ ਰੁਕੀ ਰਵੇ। ਜਿਹੜਾ ਜਵਾਹਰਪੁਰ ਪਿੰਡ ਇਕੱਲੇ ਦੇ ਵਿੱਚ 38 ਕੇਸ ਸੀ, ਉਹ 'ਚੋਂ 10-12 ਜਣੇ ਠੀਕ ਹੋ ਗਏ ਨੇ। ਪਟਿਆਲੇ ਦੇ ਵਿੱਚ ਰਾਜਪੁਰੇ ਦੇ ਉਸ ਸ਼ਿਵ ਸੈਨਾ ਵਾਲੇ ਗਰੁੱਪ ਦਾ ਕਰਕੇ ਜੀ ਬੜੀ ਤੇਜ਼ੀ ਨਾਲ ਕੇਸ ਵਧੇ ਨੇ। ਅੱਜ ਇੱਕ ਬੀਬੀ ਦੀ ਮੌਤ ਪਟਿਆਲੇ 'ਚ ਹੋ ਗਈ ਹੈ ਕਰੋਨਾ ਵਾਇਰਸ ਦੇ ਪੋਜ਼ਿਟਿਵ ਹੋਣ ਕਰਕੇ। ਉਹ ਬੀਬੀ ਰਾਜਪੁਰੇ ਵਾਲਿਆਂ 'ਚੋਂ ਆ ਕਿ ਦੂਜਿਆਂ 'ਚੋਂ, ਇਹ ਤੇ ਮੈਨੂੰ ਪਤਾ ਨਹੀਂ, ਪਰ ਅੱਜ ਇੱਕ ਮੌਤ ਹੋਈ ਤੇ ਇਹ ਪਟਿਆਲੇ 'ਚ ਪਹਿਲੀ ਮੌਤ ਹੈ ਜੀ। ਪਠਾਨਕੋਟ ਦੇ ਵਿੱਚ ਕੇਸ ਵੱਧ ਨੇ, ਪਰ ਮੌਤ ਜਿਹੜੀ ਪਹਿਲਾਂ ਇੱਕ ਹੋ ਗਈ, ਉਦੋਂ ਬਾਅਦ ਪਠਾਨਕੋਟ 'ਚ ਉਹਨਾਂ ਨੇ ਕਾਫੀ ਹੱਦ ਤੱਕ ਕੰਮ ਕੀਤਾ ਤੇ ਰੋਕਿਆ ਪਿਆ। ਨਵਾਂ ਸ਼ਹਿਰ ਦੇ ਵਿੱਚ ਨਵਾਂ ਕੇਸ ਆਇਆ, ਉਹ ਕਿਉਂਕਿ ਅਜੇ 2 ਦਿਨ ਪਹਿਲਾਂ ਤੇ ਕਹਿ ਕੇ ਹਟਿਆ ਕਿ ਨਵਾਂ ਸ਼ਹਿਰ ਜ਼ਿਲ੍ਹਾ ਜਿਹੜਾ ਸਭ ਤੋਂ ਪਹਿਲਾਂ ਕਰੋਨਾ ਦੀ ਮਾਰ ਹੇਠ ਆਇਆ ਸੀ, ਉਹ ਸੰਭਲ ਗਿਆ ਸੀ, ਕਰੋਨਾ ਮੁਕਤ ਹੋ ਗਿਆ ਸੀ। ਹੁਣ ਫਿਰ ਇੱਕ ਨਵਾਂ ਕੇਸ ਆ ਗਿਆ। ਲੁਧਿਆਣੇ ਦੇ ਵਿੱਚ 4 ਮੌਤਾਂ ਹੋਣ ਤੋਂ ਬਾਅਦ 18 ਕੇਸ ਨੇ ਜਿਹੜੇ, ਉਹਨਾਂ 18 ਕੇਸਾਂ ਤੋਂ ਬਾਅਦ ਉਹਨਾਂ ਕਾਫੀ ਹੱਦ ਤੱਕ ਰੋਕ ਪਾਈ ਹੋਈ ਆ। ਇਸ ਵੇਲੇ ਪੰਜਾਬ ਸਰਕਾਰ ਨੂੰ ਸਾਰਾ ਜ਼ੋਰ ਲਾ ਕੇ ਧਿਆਨ ਸਾਡੇ ਜਲੰਧਰ ਜ਼ਿਲ੍ਹੇ ਦੇ ਉੱਤੇ ਦੇਣਾ ਚਾਹੀਦਾ। ਜੇ ਇੱਥੇ ਧਿਆਨ ਨਾ ਦਿੱਤਾ ਗਿਆ ਤੇ ਕੰਮ ਵਿਗੜ ਸਕਦਾ। ਪਰ ਸਾਹਿਬ ਇਹ ਸਾਰੇ ਕੁਛ ਇੱਕ ਗੱਲ ਤੇ ਕਲੀਅਰ ਹੈ ਨਾ ਕਿ ਜੀ ਵੀ ਜੇ ਟੈਸਟ ਹੁੰਦੇ ਆ ਤੇ ਫਿਰ ਕੇਸ ਸਾਹਮਣੇ ਆਉਂਦੇ, ਜੇ ਟੈਸਟ ਨਹੀਂ ਹੁੰਦੇ ਤੇ ਫਿਰ ਆਂਦੇ ਕੋਈ ਗੱਲ ਨਹੀਂ ਜੀ, ਸਾਰਾ ਕੁਝ ਠੀਕ ਹੀ ਹੈ। ਤੇ ਟੈਸਟ ਕਰਨ ਦੇ ਲਈ ਜਿਹੜੀਆਂ ਕਿੱਟਾਂ ਆਈਆਂ ਸੀ ਕਹਿੰਦੇ ਚਾਈਨਾ ਤੋਂ, ਉਹਨਾਂ ਦਾ ਰੌਲਾ ਤਾਂ ਪਿਆ ਕਿ ਵੀ ਉਹਨਾਂ ਦੇ ਵਿੱਚ ਨੁਕਸ ਆ। ਤੇ ਹੁਣ ਇਹ ਵੀ ਸਮਝ ਆਇਆ ਕਿ ਵੀ ਉਹਦੇ ਵਿੱਚ ਜਿਹੜਾ ਤੁਸੀਂ ਸ਼ੱਕ ਜ਼ਾਹਰ ਕਰਦੇ ਸੀ ਵੀ ਆਪਣੇ ਵਾਲੇ ਹੋ ਹੀ ਨਹੀਂ ਸਕਦਾ ਵੀ ਕੋਈ ਸੌਦਾ ਕਰਨ ਤੇ ਉਹ 'ਚੋਂ ਕਮਿਸ਼ਨ ਨਾ ਭਾਲਣ, ਉਹ ਕੀ ਰੌਲਾ ਜੀ? ਦੇਖੋ, ਇਹਦੇ 'ਚ ਇਸ ਤਰ੍ਹਾਂ ਕਿ ਮੈਟ੍ਰਿਕਸ ਲੈਬ ਤੋਂ ਇਹ ਕਿੱਟਾਂ ਆਈਆਂ ਤੇ ਇਹ ਆ ਕੇ ਜਦੋਂ ਪਹੁੰਚੀਆਂ ਤੇ ਰੇਅਰ ਮੈਟਾਬੋਲਿਕਸ ਨੇ ਅੱਗੇ ਲਈਆਂ ਤੇ ਉਹਨਾਂ ਨੇ ਗਾਂ ਸਪਲਾਈ ਕਰਨੀਆਂ ਸੀ ਜੀ। ਪਤਾ ਇਹ ਲੱਗਾ ਕਿ ਲੈਂਡਿੰਗ ਪ੍ਰਾਈਸ ਯਾਨੀ ਇੱਥੇ ਸਪਲਾਈ ਜਿਹੜੀ ਇੰਡੀਆ 'ਚ ਉਹ 245 ਰੁਪਏ ਨੂੰ ਸੀ ਪਰ ਕਿੱਟ ਜੀ, ਤੇ ਅੱਗੋਂ ਵੇਚੀਆਂ ਗਈਆਂ 600 ਰੁਪਏ ਨੂੰ ਜੀ। ਇਹਦਾ ਮਤਲਬ ਇਹ ਆ ਕਿ 355 ਰੁਪਏ ਪਰ ਕਿੱਟ ਬਚਾਇਆ ਗਿਆ। 245 ਦੀ ਕਿੱਟ ਤੇ 355 ਰੁਪਏ ਉਹਦੇ ਉੱਤੇ ਮੁਨਾਫਾ ਕਮਾਇਆ ਗਿਆ। ਤੇ ਕਿੱਟਾਂ ਕਿੰਨੀਆਂ ਨੇ? 10 ਲੱਖ। ਇੰਨੀਆਂ ਕਿੱਟਾਂ ਜਿਹੜੀਆਂ ਨੇ ਜਦੋਂ ਇੱਥੇ ਆਈਆਂ ਤੇ ਇਹਦੇ 'ਚੋਂ ਕਮਾਈ ਤੋਂ ਹੁਣ ਲੜਾਈ ਹੋ ਗਈ ਹੈ। 2 ਕੰਪਨੀਆਂ ਆਪੋ ਵਿੱਚ ਕਮਿਸ਼ਨ ਵੰਡਣ ਤੋਂ ਚਲੀਆਂ ਗਈਆਂ ਜੀ। ਉਹ ਆਖੇ ਸਾਡਾ ਇੰਨਾ ਬਣਦਾ, ਉਹ ਆਖੇ ਸਾਡਾ ਇੰਨਾ ਬਣਦਾ। ਦੁਨੀਆ ਮਰਦੀ ਪਈ ਹੈ। ਔਰ ਇਹ ਜਿਹੜੀਆਂ 2 ਕੰਪਨੀਆਂ ਨੇ, ਇਹਨਾਂ ਦੋਵਾਂ ਨੇ ਉਹ ਚੀਨ ਦੀ ਜਿਹੜੀ ਉਹ ਵਰਲਡ ਬਾਇਓਟੈਕ ਸਮਥਿੰਗ ਇਸ ਤਰ੍ਹਾਂ ਦਾ ਨਾਂ ਕੰਪਨੀ ਆ, ਉਹਦੇ ਤੋਂ ਇਹ ਕਿੱਟਾਂ ਖਰੀਦੀਆਂ ਸਨ। ਇਹ ਕਮਿਸ਼ਨ ਵੰਡਣ ਤੋਂ ਲੜਦੇ ਲੜਦੇ ਹੁਣ ਕਮਿਸ਼ਨ ਥੋੜ੍ਹਾ ਜਿਹਾ ਨਹੀਂ, ਲੱਖਾਂ 'ਚ ਨਹੀਂ ਗਾ, ਕਰੋੜਾਂ 'ਚ। ਔਰ ਉਦੋਂ ਜਦੋਂ ਭਾਰਤ ਵਿੱਚ ਮੌਤਾਂ ਦਾ ਕਰਕੇ ਸਹਿਮ ਪਿਆ, ਇਹ ਜਿਹੜੇ ਵੱਡੇ ਸੇਠ ਹੈ ਇਸ ਮੌਕੇ ਦੇ ਉੱਤੇ ਵੀ ਇਹ ਕਮਾਈ ਕਰਦੇ ਪਏ ਆ ਜੀ। ਤੇ ਇਹਨਾਂ ਦੀਆਂ ਲਿਆਂਦੀਆਂ ਕਿੱਟਾਂ ਜਿਹੜੀਆਂ ਨੁਕਸਦਾਰ ਕਿੱਟਾਂ ਸੀ, ਉਹ ICMR ਜਿਹੜੀ ਇੰਡੀਅਨ ਕਾਉਂਸਲ ਫਾਰ ਮੈਡੀਕਲ ਰਿਸਰਚ, ਉਹਨੇ ਪਾਸ ਕਿੱਦਾਂ ਕਰ ਦਿੱਤੀਆਂ। ਉੱਥੋਂ ਜਦੋਂ ਸੌਦਾ ਕੀਤਾ ਗਿਆ, ਭਾਰਤ ਦੀ ਐਮਬੈਸੀ ਇਹਦੇ ਵਿੱਚ ਸ਼ਾਮਲ ਸੀ ਜੀ। ਫਿਰ ਕੀ ਗੱਲ, ਮੂੰਹ ਖਾਂਦਾ ਤੇ ਅੱਖਾਂ ਸ਼ਰਮਾਉਂਦੀਆਂ ਨੇ। ਅਜੇ ਤੱਕ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਆਖਿਆ ਗਿਆ ਇਹ ਕਿੱਟਾਂ ਵਾਪਸ ਭੇਜ ਦੇਣੀਆਂ। ਕੈਨੇਡਾ ਨੇ ਵਾਪਸ ਭੇਜੀਆਂ ਨੇ, ਸਪੇਨ ਨੇ ਵਾਪਸ ਭੇਜੀਆਂ ਨੇ ਜੀ, ਫਰਾਂਸ ਨੇ ਵਾਪਸ ਭੇਜੀਆਂ ਨੇ। ਅਸੀਂ ਖਬਰਾਂ ਭੇਜੀਆਂ ਨੇ ਕਿ ਅਸੀਂ ਕਿੱਟਾਂ ਵਾਪਸ ਭੇਜ ਰਹੇ ਹਾਂ। ਕਿੱਟਾਂ ਤੇ ਅਜੇ ਤੱਕ ਚੀਨ ਨੂੰ ਵਾਪਸ ਨਹੀਂ ਕੀਤੀਆਂ। ਜੇ ਵੱਡੀਆਂ ਵੱਡੀਆਂ ਕੰਪਨੀਆਂ ਆਪਣੀਆਂ 10-10 ਲੱਖ ਕਾਰਾਂ, 15-15 ਲੱਖ ਵਾਪਸ ਲੈ ਸਕਦੀਆਂ ਨੇ, ਤੇ ਇੱਥੇ 10 ਲੱਖ ਕਿੱਟਾਂ ਨੇ। ਕਾਰ ਤੇ ਕੋਈ 10 ਲੱਖ ਦੀ, ਕੋਈ 20 ਲੱਖ ਦੀ, ਕੋਈ 40 ਲੱਖ ਦੀ, ਕੋਈ 60 ਲੱਖ ਦੀ ਹੁੰਦੀ ਹੈ ਜੀ। ਤੇ ਉਹ ਤਾਂ ਅਰਬਾਂ ਰੁਪਈਆ ਬਣ ਜਾਂਦਾ। ਇਹ ਜਿਹੜੀਆਂ ਕਿੱਟਾਂ ਨੇ, 245 ਰੁਪਈਏ ਵਾਲੀ ਕਿੱਟ ਆ, ਇਹ ਚੀਨ ਨੂੰ ਵਾਪਸ ਇਸ ਕਰਕੇ ਨਹੀਂ ਕੀਤੀਆਂ ਜਾਂਦੀਆਂ ਕਿ ਜੇ ਵਾਪਸ ਕੀਤੀਆਂ ਗਈਆਂ ਤੇ ਜਿਨ੍ਹਾਂ ਨੇ 245 ਦੀ ਕਿੱਟ ਦੇ ਉੱਤੇ 355 ਰੁਪਏ ਪਰ ਕਿੱਟ ਕਮਾਈ ਕੀਤੀ ਆ, ਔਰ ਇਹ ਕਮਾਈ ਜਿਹੜੀ ਆ 70-80 ਕਰੋੜ ਦੇ ਨੇੜੇ ਪਹੁੰਚਦੀ ਪਈ ਆ, ਫਿਰ ਇਹਨਾਂ ਸਾਰਿਆਂ ਨੂੰ ਵੀ ਉਹ ਪੈਸੇ ਵਾਪਸ ਕਰਨੇ ਪੈਣੇ ਆ ਜੀ। ਕਿਉਂਕਿ ਜੇ ਕਿੱਟਾਂ ਹੀ ਵਾਪਸ ਚਲੀਆਂ ਗਈਆਂ ਤੇ ਮੁਨਾਫਾ ਇਹਨਾਂ ਕੋਲ ਕਿੱਦਾਂ ਹੋ ਸਕਦਾ? ਉਹ ਜਿਹੜਾ ਮੁਨਾਫਾ, ਉਹਦਾ ਕੇਸ ਹਾਈ ਕੋਰਟ ਚਲਾ ਗਿਆ। ਹਾਈ ਕੋਰਟ 'ਚ ਪਤਾ ਨਹੀਂ ਜੱਜ ਸਾਹਿਬ ਨੇ ਕਿੱਦਾਂ ਫੈਸਲਾ ਕੀਤਾ। ਉਹਨਾਂ ਨੇ ਇਹ ਕਰਤਾ ਕਿ 600 ਰੁਪਏ ਦੀ ਕਿੱਟ ਨਾ ਵੇਚੋ, 400 ਦੀ ਵੇਚੋ, 355 ਦਾ ਮੁਨਾਫਾ ਨਾ ਲਓ, 155 ਦਾ ਲੈ ਲਓ।
ਪਰ ਇਹ ਵੀ ਕਿਉਂ, ਜਦੋਂ ਕਿੱਟਾਂ ਹੀ ਨੁਕਸਦਾਰ ਨੇ, ਤੁਸੀਂ ਕਹਿੰਦੇ ਚੀਨ ਦੀਆਂ ਕਿੱਟਾਂ ਹੀ ਨੁਕਸਦਾਰ ਨੇ ਜੀ, ਤੇ ਰੌਲਾ ਚੀਨ ਵਿੱਚ ਵੀ ਪਿਆ ਫਿਰਦਾ, ਦੁਨੀਆ 'ਚ ਵੀ ਪਿਆ ਫਿਰਦਾ, ਫਿਰ ਤੁਸੀਂ ਕਿੱਟਾਂ ਵਾਪਸ ਭੇਜੋ। ਇੱਥੇ ਦੋ ਵੱਡੇ ਸੇਠ ਜਿਨ੍ਹਾਂ ਨੇ ਕਿੱਟਾਂ ਮੰਗਾਈਆਂ ਤੇ ਸਪਲਾਈ ਕੀਤੀਆਂ ਨੇ, ਜੇ ਉਹਨਾਂ 'ਚੋਂ ਕਿਸੇ ਨੂੰ ਦਿਲ ਦਾ ਦੌਰਾ ਪੈਂਦਾ ਤੇ ਪੈ ਜਾਣ ਦਿਓ ਜੀ, ਇਹ ਗਲਤ ਕੰਮ ਕੀਤਾ ਕਿਉਂ ਉਹਨਾਂ ਨੇ ਇਸ ਮੌਕੇ ਦੇ ਉੱਤੇ ਕਿਉਂ। ਔਰ ਸਾਡੀ ਸਰਕਾਰ ਕਿੱਦਾਂ ਦੀ ਹੈ, ਮੈਂ ਫੇਰ ਕਹੂੰਗਾ, ਲੱਗਦਾ ਹੈ ਕਿ ਸਰਕਾਰ ਵਿੱਚ, ਰਾਜਨੀਤੀ ਵਿੱਚ ਸਿਆਸੀ ਬੰਦਿਆਂ ਤੱਕ ਵੀ ਮੂੰਹ ਖਾਂਦਾ ਤੇ ਅੱਖਾਂ ਸ਼ਰਮਾਉਂਦੀਆਂ ਨੇ। ਉਹਦਾ ਕਾਰਨ ਕੀ ਹੈ ਕਿ ਉੱਤਰ ਪ੍ਰਦੇਸ਼ ਵਿੱਚ ਵੀ ਕਿੱਟਾਂ ਆਈਆਂ ਨੇ, ਕਿੱਟਾਂ ਨੁਕਸਦਾਰ ਨਿਕਲੀਆਂ ਨੇ। ਅੱਗੋਂ ਪਿੱਛੋਂ ਭਾਰਤੀ ਜਨਤਾ ਪਾਰਟੀ ਤੇ RSS ਵਾਲੇ ਚੀਨ ਨੂੰ ਭੰਡਦੇ ਨੇ, ਲਗਾਤਾਰ ਨਿੰਦਦੇ ਨੇ, ਤੇ ਹੁਣ ਕਿੱਟਾਂ ਨੁਕਸਦਾਰ ਨਿਕਲ ਤੇ ਨਾ ਉਹ ਕਿੱਟਾਂ ਵਾਪਸ ਭੇਜੀਆਂ, ਨਾ ਉਹਨਾਂ ਨੂੰ ਸਾਂਭ ਕੇ ਅਜੇ ਤੱਕ ਰੱਖਿਆ। ਤੇ ਕੀਤਾ ਕੀ ਆ, ਉੱਤਰ ਪ੍ਰਦੇਸ਼ ਵਿੱਚ ਇਹ ਖਬਰ ਕਿਸੇ ਤਰੀਕੇ ਮੀਡੀਆ 'ਚ ਆ ਗਈ ਕਿ ਇੱਥੇ ਵੀ ਇੰਨੀਆਂ ਕਿੱਟਾਂ ਆਈਆਂ ਨੇ ਤੇ ਉਹ ਕਿੱਟਾਂ ਨੁਕਸਦਾਰ ਨੇ। ਤੇ ਉੱਤਰ ਪ੍ਰਦੇਸ਼ ਦੀ ਸਰਕਾਰ ਨੇ, ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਇਨਕੁਆਇਰੀ ਸ਼ੁਰੂ ਕਰਾਤੀ ਇਸ ਗੱਲ ਦੀ ਨਹੀਂ ਕਿ ਇਹ ਕਿੱਟਾਂ ਕਿੱਦਾਂ ਖਰੀਦੀਆਂ ਗਈਆਂ ਤੇ ਇਹ ਨੁਕਸਦਾਰ ਕਿਉਂ ਆ। ਇਨਕੁਆਇਰੀ ਇਸ ਗੱਲ ਦੀ ਆ ਕਿ ਇਹ ਗੱਲ ਬਾਹਰ ਮੀਡੀਆ 'ਚ ਕਿੱਦਾਂ ਚਲੀ ਗਈ। ਕਿੱਟਾਂ ਦੇ ਨੁਕਸਦਾਰ ਹੋਣ ਦੀ ਕੋਈ ਗੱਲ ਨਹੀਂ ਜੀ, ਜੀ, ਇਹ 'ਚੋਂ ਪੈਸਾ ਕਿਹਨੇ ਖਾਧਾ ਉਹ ਕੋਈ ਗੱਲ ਨਹੀਂ, ਕਮਿਸ਼ਨ ਕਿਹਨੂੰ ਦਿੱਤਾ ਕੋਈ ਗੱਲ ਨਹੀਂ, ਕਿਹਦੇ ਮੂੰਹ 'ਚ ਹੱਡ ਦਿੱਤਾ ਗਿਆ ਉਹ ਕੋਈ ਗੱਲ ਨਹੀਂ। ਗੱਲ ਇਹ ਆ ਕਿ ਮੀਡੀਆ ਤੱਕ ਕਿੱਦਾਂ ਚਲੀ ਗਈ, ਉਹਦੀ ਪੜਤਾਲ ਸ਼ੁਰੂ ਹੋ ਗਈ ਹੈ। ਬਿਲਕੁਲ ਇਹ ਜਿਹੜਾ ਕੰਮ ਸ਼ੁਰੂ ਹੋ ਗਿਆ ਇਹ ਜ਼ਿਆਦਾ ਮਾੜਾ ਹੈ। ਇਹਦੇ ਜੇ ਸਾਡੇ ਇੱਥੇ ਇਕੱਲਾ ਇਹੋ ਨਹੀਂ, ਦੂਸਰਾ ਵੀ ਹੈ। ਉੱਥੇ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਹਰਦੋਈ ਜ਼ਿਲ੍ਹਾ ਜੀ, ਜਿਹੜਾ ਉੱਥੋਂ ਲੋਕਲ MLA ਆ BJP ਦਾ, ਕਰੋਨਾ ਦੀ ਮਾਰਚ ਸ਼ੁਰੂ ਹੁੰਦੇ ਸਾਰ ਜਿਹੜੇ ਪਾਰਲੀਮੈਂਟ ਮੈਂਬਰ ਸੀ ਉਹਨਾਂ ਨੇ ਆਖਿਆ ਜੀ ਅਸੀਂ ਲੋਕਲ ਏਰੀਆ ਡਿਵੈਲਪਮੈਂਟ, ਸਾਨੂੰ MP ਲੋਕਲ ਏਰੀਆ ਡਿਵੈਲਪਮੈਂਟ ਦਾ ਜਿਹੜਾ ਫੰਡ ਮਿਲਿਆ ਉਹ 'ਚੋਂ ਕਿਸੇ ਨੇ ਆਖਿਆ ਮੈਂ 50 ਲੱਖ ਦਿੰਦਾ, ਕਿਸੇ ਨੇ ਆਖਿਆ ਮੈਂ 1 ਕਰੋੜ ਦਿੰਦਾ। ਜੀ, ਸਾਰੇ ਸੂਬਿਆਂ 'ਚ MLA ਨੂੰ ਪੈਸੇ ਨਹੀਂ ਮਿਲਦੇ, ਪਰ ਉੱਤਰ ਪ੍ਰਦੇਸ਼ ਦੇ ਵਿੱਚ ਲੋਕਲ ਏਰੀਆ ਡਿਵੈਲਪਮੈਂਟ ਫੰਡ ਕੋ ਮਿਲਦੇ ਨੇ। ਉੱਥੋਂ ਭਾਜਪਾ ਦਾ MLA ਹਰਦੋਈ ਜ਼ਿਲ੍ਹੇ ਤੋਂ, ਉਹਨੇ ਉਸ ਲੋਕਲ ਏਰੀਆ ਡਿਵੈਲਪਮੈਂਟ ਦੇ ਵਿੱਚੋਂ, ਉਸ ਫੰਡ 'ਚੋਂ 25 ਲੱਖ ਰੁਪਏ ਦੇ ਦਿੱਤੇ। ਤੇ ਹੁਣ 20 ਦਿਨਾਂ ਬਾਅਦ ਉਹਨੇ ਚਿੱਠੀ ਲਿਖ ਦਿੱਤੀ ਹੈ, ਕਹਿੰਦਾ ਜੀ ਮੈਨੂੰ ਇਹ ਲੱਗਦਾ ਕਿ ਉਹ ਪੈਸੇ ਠੀਕ ਤਾਂ ਤੇ ਨਹੀਂ ਲੱਗੇ, ਉਹ ਖੁਰਦ-ਬੁਰਦ ਹੋ ਕੇ ਮੇਰੇ ਪੈਸੇ ਵਾਪਸ ਕਰੋ। ਜੀ, ਸਰਕਾਰ ਭਾਜਪਾ ਦੀ ਹੈ। ਜੇ ਉੱਥੇ ਸਮਾਜਵਾਦੀ ਸਰਕਾਰ ਹੋਵੇ, ਬਹੁਜਨ ਸਮਾਜ ਪਾਰਟੀ ਸਰਕਾਰ ਹੋਵੇ, ਤੇ ਅਸੀਂ ਆਖੀਏ ਜੀ BJP MLA ਦੇ ਪੈਸੇ ਗਲਤ ਵਰਤੋਂ ਹੋ ਗਈ, ਸਰਕਾਰ ਵੀ ਉਹਦੀ, ਉਹ ਵੀ ਉਸੇ ਪਾਰਟੀ ਦਾ, ਤੇ ਆਪਣੀ ਸਰਕਾਰ ਨੂੰ ਉਹ ਚਿੱਠੀ ਲਿਖ ਰਿਹਾ ਕਿ ਮੇਰੇ 25 ਲੱਖ ਰੁਪਏ ਵਾਪਸ ਕਰ ਦਿਓ। ਤੇ ਲੋਕਾਂ ਦਾ ਭਰੋਸਾ ਕਾਹਤੇ ਵੱਜੇਗਾ? ਜੀ, ਬਗੈਰ ਭਰੋਸੇ ਤੋਂ ਜਿਹੜੇ ਬਿਸਤਰਿਆਂ ਤੇ ਪਏ ਲੋਕ ਨੇ ਉਹ ਬਿਸਤਰੇ ਤੋਂ ਉੱਠਣਗੇ ਕਿੱਦਾਂ? ਇਕੱਲੀ ਦਵਾਈ ਇਲਾਜ ਨਹੀਂ ਕਰਦੀ ਹੁੰਦੀ, ਇਲਾਜ ਨਾਲ ਇਸ ਭਰੋਸੇ ਤੇ ਵੀ ਹੁੰਦਾ ਕਿ ਮੈਨੂੰ ਠੀਕ ਦਵਾਈ ਦਿੱਤੀ ਜਾ ਰਹੀ ਹੈ। ਜੀ, ਵੈਸੇ ਪੰਜ ਸਾਹਿਬ ਹੈਰਾਨਗੀ ਵਾਲੀ ਗੱਲ ਤੇ ਕੋਈ ਨਹੀਂ, ਕਿਉਂਕਿ ਜਿਸ ਦੇਸ਼ ਦੇ ਵਿੱਚ ਤਾਬੂਤਾਂ ਦੇ ਵਿੱਚੋਂ ਵੀ ਕਮਿਸ਼ਨ ਖਾਧਾ ਗਿਆ ਹੋਵੇ ਉੱਥੇ ਤਾਂ ਜੇ ਕਿੱਟਾਂ ਦੀ ਗੱਲ ਆ। ਹਾਂ, ਕਾਰਗਿਲ ਦੀ ਜੰਗ ਦੇ ਵਿੱਚ ਉਹ ਜਿਹੜੇ ਬਕਸੇ ਹੁੰਦੇ ਨੇ ਜੀ, ਉਹਨਾਂ ਨੂੰ ਕਫਨ ਕਹਿੰਦੇ ਆ, ਪਰ ਅਸੀਂ ਬਕਸਿਆਂ ਨੂੰ ਕਫਨ ਨਾ ਕਹੀਏ। ਜਿਹੜਾ ਕਫਨ ਦੇ ਵਿੱਚੋਂ ਕਮਿਸ਼ਨ ਖਾਧਾ ਗਿਆ ਸੀ, ਸਿੱਧਾ ਕਹੋ ਜੀ ਮੁਰਦਿਆਂ ਦੇ ਖੱਫਣ 'ਚੋਂ ਜੀ ਕਮਾਈ ਕੀਤੀ ਗਈ। ਜੀ, ਜੀ, ਮੁਰਦਿਆਂ ਦੇ ਖੱਫਣ ਲਾਏ ਗਏ, ਇਹ ਵੀ ਕੰਮ ਉਦੋਂ ਹੋਇਆ ਸੀ। ਔਰ ਉਸ ਵਕਤ ਜਿਹੜਾ ਰੱਖਿਆ ਮੰਤਰੀ ਜਾਰਜ ਫਰਨਾਂਡez ਸੀ, ਉਹ ਕਹਿੰਦੇ ਸੀ ਰੱਖਿਆ ਮੰਤਰੀ ਨੂੰ ਰੱਖਿਆ ਹੀ ਇਸ ਕਰਕੇ ਆ ਤਾਂ ਕਿ ਉਹ ਜੋ ਕੁਝ ਇੱਧਰ ਉੱਧਰ ਹੁੰਦਾ ਉਹ ਕਰੀ ਜਾਵੇ। ਔਰ ਉਹ ਰੱਖਿਆ ਮੰਤਰੀ ਆਪਣੇ ਪਰਿਵਾਰ ਨਾਲ ਨਹੀਂ ਸੀ ਰਹਿੰਦਾ। ਇੱਕ IAS ਅਫਸਰ ਦੀ ਬੀਵੀ ਨਾਲ ਚੱਕਰ ਚਲਾ ਲਿਆ ਸੀ, ਉਹ ਉਹਦੇ ਕੋਲ ਜਾਣ ਦੀ ਥਾਂ ਇਹਦੇ ਕੋਲ ਰਹਿੰਦੀ ਸੀ, ਇਹਦੇ ਦਫ਼ਤਰ ਵਿੱਚ। ਔਰ ਜਦੋਂ ਉਹ ਇੱਕ ਉਹ ਤਹਿਲਕਾ ਦੇ ਵਿੱਚ ਕੇਸ ਆਇਆ ਸੀ ਕਿ ਫੌਜ ਵਾਸਤੇ ਹਥਿਆਰ ਖਰੀਦਣ ਦਾ ਸੌਦਾ ਹੋਇਆ, ਉਹ ਸੌਦੇ ਦੇ ਵਿੱਚ ਵੀ ਉਸ ਬੀਬੀ ਦਾ ਨਾਂ ਆਉਂਦਾ ਸੀ। ਔਰ ਬੀਬੀ ਉਹਦੇ 'ਚ ਕਹਿੰਦਿਆਂ ਸੁਣਦੀ ਸੀ, ਬਸ ਠੀਕ ਆ ਤੁਸੀਂ ਦੇ ਜਾਓ, ਮੈਂ ਸਾਹਿਬ ਨੂੰ ਕਹਿ ਕੇ ਤੁਹਾਡਾ ਕੰਮ ਕਰਾ ਦਿਆਂ। ਰੌਲਾ ਤੇ ਉਦੋਂ ਤੋਂ ਪੈਂਦਾ ਰਿਹਾ। ਔਰ ਉਸ ਬੀਬੀ ਨੂੰ ਕਈ ਵਾਰੀ ਮੀਡੀਆ ਚੈਨਲਾਂ 'ਤੇ ਪੁੱਛਿਆ ਗਿਆ, ਬੀਬੀ ਜੀ ਤੁਹਾਡਾ ਰਿਸ਼ਤਾ ਕੀ, ਤੁਸੀਂ ਇੱਥੇ ਕਿਉਂ ਰਹਿੰਦੇ ਜੀ? ਜਦੋਂ ਉਹ ਬਿਮਾਰ ਪਿਆ ਸੀ ਉਦੋਂ ਫਿਰ ਪਰਿਵਾਰ ਦੇ ਲੋਕ ਆ ਗਏ ਸੀ ਜਾਰਜ ਫਰਨਾਂਡez ਕੋਲ, ਤੇ ਉਹ ਬੀਬੀ ਨੇ ਉਦੋਂ ਵੀ ਅਰਜੀ ਦੇ ਦਿੱਤੀ ਸੀ ਕਿ ਉਹ ਮੇਰੇ ਕੋਲ ਰਹਿਣਾ ਚਾਹੀਦਾ। ਉਹਨਾਂ ਅਦਾਲਤ ਨੇ ਆਖਿਆ ਨੋ, ਵੈਲਿਡ ਵਾਈਫ ਹੋਊ। ਫਿਰ ਇਹਨੇ ਆਖਿਆ ਸੀ ਮੈਨੂੰ ਮਿਲਣ ਦਾ ਮੌਕਾ ਮਿਲਣਾ ਚਾਹੀਦਾ। ਮਤਲਬ ਉਸ ਵਕਤ ਤੋਂ ਇੱਕ ਰੌਲਾ ਥੋੜਾ 100 ਰੌਲੇ ਪਏ ਨੇ। ਪਰ ਉਹ ਜਾਰਜ ਫਰਨਾਂਡez ਤਾਂ ਕਿੰਨਾ ਬੇਸ਼ਰਮ ਆਦਮੀ ਸੀ, ਮੈਂ ਤੁਹਾਨੂੰ ਅੱਜ ਦੱਸਦਾ। ਉੱਥੇ ਅਮਰੀਕਾ 'ਚੋਂ ਗਿਆ, ਹਿੰਦੁਸਤਾਨ ਦਾ ਰੱਖਿਆ ਮੰਤਰੀ ਹੁੰਦਿਆਂ ਆ ਗਿਆ, ਕਿਸੇ ਨੂੰ ਪਤਾ ਹੀ ਨਹੀਂ ਲੱਗਾ। 2 ਸਾਲਾਂ ਬਾਅਦ ਅਮਰੀਕਾ ਦਾ ਜਿਹੜਾ ਰੱਖਿਆ ਮੰਤਰੀ ਸੀ, ਉਹਨੇ ਆਪਣੇ ਰੱਖਿਆ ਮੰਤਰੀ ਦੇ ਦਿਨਾਂ ਬਾਰੇ ਇੱਕ ਕਿਤਾਬ ਲਿਖਤੀ। ਉਹ 'ਚੋਂ ਲਿਖਿਆ ਕਿ ਮੈਨੂੰ ਬੜੀ ਇਸ ਗੱਲ 'ਤੇ ਸ਼ਰਮ ਆਈ ਕਿ ਭਾਰਤ ਦਾ ਡਿਫੈਂਸ ਮਿਨਿਸਟਰ ਜਾਰਜ ਫਰਨਾਂਡez ਇੱਥੇ ਆਇਆ, ਮੇਰੇ ਸੱਦੇ 'ਤੇ ਆਇਆ ਸੀ, ਤੇ ਸਾਡੀਆਂ ਜਿਹੜੀਆਂ ਸਿਕਿਉਰਿਟੀ ਏਜੰਸੀਆਂ ਉਹਦੀ ਸਾਰੇ ਕੱਪੜੇ ਲਵਾ ਕੇ ਤਲਾਸ਼ੀ ਕੀਤੀ। ਸਾਰੇ ਦੇਸ਼ 'ਚ ਇੱਥੇ ਹੰਗਾਮਾ ਮਚ ਗਿਆ ਕਿ ਭਾਰਤ ਦੇ ਰੱਖਿਆ ਮੰਤਰੀ ਦੀ ਇੱਦਾਂ ਤਲਾਸ਼ੀ ਕੀਤੀ ਗਈ ਹੈ ਤੇ ਹੁਣ ਤੱਕ ਦੇਸ਼ ਨੂੰ ਪਤਾ ਕਿਉਂ ਨਹੀਂ ਲੱਗਾ।
ਅੱਜ ਜਿੰਨੇ ਮੰਤਰੀ ਸੀ ਸਾਡੇ ਪੰਜਾਬ ਦੇ ਵੀ ਬਾਹਰ ਦੇ ਵੀ, ਇਹਨਾਂ ਨੂੰ ਪੁੱਛਿਆ ਗਿਆ, ਕਹਿੰਦੇ ਜੀ ਕਦੇ ਕੈਬਨਿਟ ਵਿੱਚ ਤੇ ਗੱਲ ਆਈ ਨਹੀਂ, ਸਾਨੂੰ ਪਤਾ ਨਹੀਂ। ਬਾਅਦ ਵਿੱਚ ਪਤਾ ਲੱਗਾ ਕਿ ਕੈਬਨਿਟ ਦੀ ਮੀਟਿੰਗ ਵਿੱਚ ਰੱਖ ਕੇ ਇਹਦੇ ਉੱਤੇ ਵਿਚਾਰ ਕੀਤੀ ਗਈ ਸੀ। ਜਾਰਜ ਫਰਨਾਂਡਿਸ ਨੇ ਆਖਿਆ ਸੀ ਕਿ ਮੇਰੀ ਇੱਦਾਂ ਉਹਨਾਂ ਨੇ ਬੇਇੱਜ਼ਤੀ ਕੀਤੀ, ਮੈਂ ਬਹੁਤ ਮਹਿਸੂਸ ਕਰਦਾ। ਤੇ ਵਾਜਪਾਈ ਸਾਹਿਬ ਤੇ ਅਡਵਾਨੀ ਸਾਹਿਬ ਨੇ ਆਖਿਆ ਸੀ ਬੋਲਣਾ ਨਹੀਂ, ਚੁੱਪ ਕੀਤੇ ਰਹੋ ਜੀ। ਚੁੱਪ ਵੱਟੀ ਰੱਖੀ। 2 ਸਾਲਾਂ ਬਾਅਦ ਅਮਰੀਕਾ ਦੇ ਡਿਫੈਂਸ ਮਿਨਿਸਟਰ ਨੇ ਕਿਤਾਬ ਲਿਖੀ ਤੇ ਉਹਨਾਂ ਸਾਰਾ ਹੀ ਖਿਲਾਰਾ ਪਾ ਦਿੱਤਾ, ਸਾਰੀ ਖੇ ਉੱਡ ਗਈ। ਫਿਰ ਜਾਰਜ ਫਰਨਾਂਡਿਸ ਨੂੰ ਪੁੱਛਿਆ ਗਿਆ ਤੇ ਜਾਰਜ ਫਰਨਾਂਡਿਸ ਨੇ ਜਵਾਬ ਦਿੱਤਾ, ਕਹਿੰਦਾ ਸਿਕਿਉਰਿਟੀ ਤੇ ਸਿਕਿਉਰਿਟੀ ਆ। ਕਹਿੰਦਾ ਤੈਨੂੰ ਬੁਰਾ ਨਾ ਲੱਗਾ? ਕਹਿੰਦਾ ਕੋਈ ਬੁਰਾ ਨਹੀਂ। ਉਹਨਾਂ ਮੈਨੂੰ ਆਖਿਆ ਸੀ ਕੋਟ ਲਾ ਦੇ, ਮੈਂ ਲਾ ਤਾ। ਉਹਨਾਂ ਆਖਿਆ ਪੈਂਟ ਉਤਾਰ ਦੇ, ਮੈਂ ਉਤਾਰਦੀ। ਉਹਨਾਂ ਆਖਿਆ ਕਮੀਜ਼ ਉਤਾਰ ਦੇ, ਉਤਾਰਤੀ। ਉਹਨਾਂ ਆਖਿਆ ਬੂਟ ਲਾ ਦੇ, ਮੈਂ ਲਾ ਤੇ। ਉਹਨਾਂ ਆਖਿਆ ਜਰਾਬਾਂ ਲਾ ਤੇ। ਜੋ ਆਖੇਗਾ ਮੈਂ ਲੈ ਗਿਆ। ਕੋਈ ਬੇਇੱਜ਼ਤੀ ਵਾਲੀ ਗੱਲ ਤਾਂ ਹੈ ਨਹੀਂ ਸੀ ਕੋਈ। ਚਲੋ ਕੋਈ ਨਹੀਂ, ਇਹ ਤੋਂ ਬਾਅਦ ਲੱਗਦਾ ਵੀ ਚਾਂਬਾ ਵਾ ਤਗੜਾ ਲੀਡਰਾਂ ਦਾ। ਅੱਛਾ ਇੱਕ ਸਾਹਿਬ ਇੱਕ ਗੱਲ ਦੱਸਿਓ ਕਿ ਆਪਣੇ ਤਾਂ ਇੱਧਰ ਇਹ ਰੌਲਾ ਵੀ ਕਿੱਟਾਂ ਨੁਕਸਦਾਰ ਆ, ਪਰ ਚਾਈਨਾ ਜਿੱਥੋਂ ਇਹ ਵਾਰ-ਵਾਰ ਹਰੇਕ ਦੇਸ਼ ਕਹਿੰਦਾ ਵੀ ਕਿੱਟਾਂ ਨੁਕਸਦਾਰ ਆ, ਚਾਈਨਾ ਨੇ ਕਹਿੰਦੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਆ ਵੀ ਕਿੰਨੇ ਕਿੰਨੇ ਬਣਾਈਆਂ ਤੇ ਕੀ ਕਹਾਣੀ ਆ। ਅਜੇ ਛਾਪਿਆਂ ਦੀ ਖਬਰ ਆਈ ਹੈ ਜੀ, ਥੋੜੇ ਦਿਨਾਂ ਤੱਕ ਸਿਆਪਿਆਂ ਦੀ ਵੀ ਆਊਗੀ। ਮੇਰਾ ਖਿਆਲ ਹੈ ਕਿ ਉੱਥੇ ਕੁਝ ਲੋਕਾਂ ਦੇ ਗਿੱਚੀ 'ਚ ਗੋਲੀ ਮਾਰਨ ਦਾ ਰਿਵਾਜ ਆ ਜੀ, ਉਹ ਕਾਰਵਾਈ ਲੋਕਾਂ ਨੂੰ ਸ਼ਾਇਦ ਟੀਵੀ ਤੇ ਦਿਸ ਪਵੇ। ਕੱਲ੍ਹ ਦੇ ਉੱਥੇ ਛਾਪੇ ਸ਼ੁਰੂ ਹੋਏ ਜੀ। ਸ਼ੁਰੂ ਇਸ ਕਰਕੇ ਹੋਏ ਆ ਕਿ ਚੀਨ ਸਰਕਾਰ ਦੀ ਕਰੋਨਾ ਵਾਇਰਸ ਦੀਆਂ ਕਿੱਟਾਂ ਦਾ ਕਰਕੇ ਬਦਨਾਮੀ ਹੋਈ ਆ ਸਿਰੇ ਦੀ। ਹੁਣ ਤੱਕ ਚੀਨ ਬਾਹਰ ਇਹ ਪ੍ਰਭਾਵ ਦਿੰਦਾ ਕਿ ਸਾਡੇ ਕਰਪਸ਼ਨ ਹੈ ਨਹੀਂ ਜੀ, ਤੇ ਅੰਦਰ ਕਰਪਸ਼ਨ ਤੇ ਹੈਗੀ ਹੈ। ਬਾਓ ਜੇ ਤੁੰਗ ਮਰ ਗਿਆ ਤੇ ਉਹਦੇ ਕੋਲ ਸਾਰਾ ਕਾਰੋਬਾਰ ਜਿਹੜਾ ਸੰਭਾਲਦੀ ਹੁੰਦੀ ਸੀ ਉਹਦੀ ਘਰ ਵਾਲੀ, ਉਸ ਮੈਡਮ ਪਤਾ ਨਹੀਂ ਕਿ ਉਹਦਾ ਨਾਂ ਚਾਂਗ ਚੰਗ ਕੋਈ ਇੱਦਾਂ ਦਾ ਨਾਂ ਸੀ, ਉਹਦੇ ਖਿਲਾਫ ਕਰਪਸ਼ਨ ਦੇ ਕਿਸੇ ਨਿਕਲ ਆਏ ਸੀ। ਮਗਰੋਂ ਉਹਦਾ ਕੀ ਬਣਿਆ ਜੀ। ਉਸ ਤੋਂ ਬਾਅਦ ਹਰ ਸਾਲ ਹੀ 2-3 ਵੱਡੇ ਲੀਡਰ ਜਿਹੜੇ ਆ ਉਹਨਾਂ ਚੋਂ ਕਿਸੇ ਨੂੰ ਗੋਲੀ ਮਾਰੀ ਜਾਂਦੀ ਹੈ, ਕਿਸੇ ਨੂੰ ਸਾਰੀ ਉਮਰ ਲਈ ਤਸੀਹਾ ਕੈਂਪ 'ਚ ਘੱਲਿਆ ਜਾਂਦਾ। ਕਰਪਸ਼ਨ ਦੇ ਕੇਸ ਅਜੇ ਤੱਕ ਨਿਕਲੀ ਆਉਂਦੇ ਆ। ਇਹੋ ਜਿਹੇ ਕੇਸ ਨਿਕਲ ਆਏ ਆ ਜਿੱਥੇ ਬੰਦਿਆਂ ਨੇ ਬਾਹਰ ਦਾ ਬਾਹਰ ਹੀ ਪੈਸਾ ਬਣਾਇਆ ਦੂਜੇ ਦੇਸ਼ਾਂ ਦੇ ਵਿੱਚ, ਕੋਸ਼ਿਸ਼ ਸੀ ਕਿ ਭੱਜ ਜਾਵਾਂਗੇ, ਬਾਅਦ 'ਚ ਫੜੇ ਗਏ ਤੇ ਉਹ ਮਾਰੇ ਗਏ ਨਹੀਂ। ਹੁਣ ਕੱਲ੍ਹ ਦੇ ਜਿਹੜੇ ਛਾਪੇ ਵੱਜਦੇ ਪਏ ਆ, ਮੈਂ ਆ ਥੋੜ੍ਹੀ ਦੇਰ ਪਹਿਲਾਂ ਡਿਟੇਲਸ ਵੇਖਦਾ ਹਟਿਆ ਗੁਰਪ੍ਰੀਤ ਜੀ, 8 ਕਰੋੜ 90 ਲੱਖ ਮਾਸਕ ਫੜੇ ਗਏ ਆ ਜਿਹੜੇ ਬਹੁਤ ਘਟੀਆ ਕਿਸਮ ਦੇ ਆ ਤੇ ਵਿਦੇਸ਼ਾਂ ਨੂੰ ਜਾਣ ਵਾਸਤੇ ਸਪਲਾਈ ਵਾਸਤੇ ਰੱਖੇ ਹੋਏ ਸੀ। ਇਹਦਾ ਮਤਲਬ 9 ਕਰੋੜ ਹੀ ਹੋ ਗਏ। 8 ਕਰੋੜ 90 ਲੱਖ ਕਿੰਨੇ ਬਣ ਜਾਂਦੇ ਆ? ਫਿਰ ਜਿਹੜੀਆਂ 4,18,000 PPE ਕਿੱਟਾਂ ਜਿਹੜੀਆਂ ਨੇ, ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਵਾਲੀਆਂ ਕਿੱਟਾਂ ਜਿਹੜੀਆਂ ਡਾਕਟਰਾਂ ਨੂੰ ਦੇਣੀਆਂ, ਉਹ ਫੜੀਆਂ ਗਈਆਂ। ਕੁੱਲ ਰਲਾ ਕੇ ਛੋਟੀਆਂ ਮੋਟੀਆਂ ਕਹਿੰਦੇ ਆ 1 ਕਰੋੜ 60 ਲੱਖ ਦੁਕਾਨਾਂ। ਇਹਦਾ ਮਤਲਬ ਕਿ ਜਿਹੜੀਆਂ ਕਾਰਨਰ ਸ਼ਾਪਸ ਤੱਕ ਆ ਜੀ, ਉੱਥੋਂ ਤੱਕ ਵੀ ਛਾਪੇ ਚਲੇ ਗਏ। ਏਡੀ ਦੂਰ ਤੱਕ ਛਾਪੇ ਕਿਉਂ ਚਲੇ ਗਏ? ਇਹਦਾ ਮਤਲਬ ਫੈਕਟਰੀਆਂ ਤੋਂ ਲੈ ਕੇ ਕਾਰਨਰ ਸ਼ਾਪਸ ਤੱਕ। ਇਹਦਾ ਇਹ ਵੀ ਮਤਲਬ ਨਿਕਲਦਾ ਕਿ ਸਿਰਫ ਵਿਦੇਸ਼ਾਂ ਨੂੰ ਨਹੀਂ, ਉਹ ਆਪਣੇ ਲੋਕਾਂ ਨੂੰ ਵੀ ਕੂੜਾ ਹੀ ਸਪਲਾਈ ਕਰ ਰਹੇ ਸੀ। ਤੇ ਜੇ ਕੂੜਾ ਸਪਲਾਈ ਕਰ ਰਹੇ ਸੀ, ਹੁਣ ਗੱਲ ਨਿਕਲਦੀ ਪਈ ਹੈ, ਤੇ ਫਿਰ ਉਹਨਾਂ ਨੇ ਉੱਥੇ ਕੀ ਕਰਨਾ ਉਹ ਤਾਂ ਸਾਨੂੰ ਪਤਾ ਨਹੀਂ। ਸਾਨੂੰ ਇਹ ਪਤਾ ਇੱਥੋਂ 1981 ਦੇ ਵਿੱਚ ਇੱਕ ਵਾਰੀ ਕਣਕ ਗਈ ਸੀ ਰੂਸ ਨੂੰ, ਉੱਥੇ ਕਮਿਊਨਿਸਟਾਂ ਦਾ ਰਾਜ ਹੁੰਦਾ ਸੀ। ਦਿੱਲੀ 'ਚ ਬੈਠੇ ਉਹਨਾਂ ਦੇ 2 ਅਫਸਰ ਇੱਥੋਂ ਵਾਲਿਆਂ ਨਾਲ ਮਿਲ ਕੇ ਪੈਸਾ ਖਾ ਗਏ ਤੇ ਜਿਹੜਾ ਸਮੁੰਦਰੀ ਜਹਾਜ਼ ਲੱਦ ਕੇ ਘੱਲਿਆ ਕਣਕ ਦਾ, ਉਹਦੇ ਵਿੱਚ ਅੱਧੀਆਂ ਬੋਰੀਆਂ ਜਿਹੜੀਆਂ ਨੇ ਉਹ ਫਾਲਟੀ ਸੀਗੀਆਂ, ਕੁਝ ਤੇ ਬਹੁਤ ਘਟੀਆ ਦਰਜੇ ਦੀ ਸੀ। ਕੁਝ ਬੋਰੀਆਂ ਜਿਹੜੀਆਂ ਸੀ ਉਹ ਵਿੱਚ ਮਿੱਟੀ ਮੁੱਟੀ ਵੀ ਪਾ ਕੇ ਭਰੀਆਂ ਹੋਈਆਂ ਸਨ। ਚੱਲ ਕੋਈ ਨਹੀਂ, ਉੱਥੇ ਜਾ ਕੇ ਕਿਹੜਾ ਕਿਸੇ ਪੁੱਛਣਾ। ਇੱਥੋਂ ਕਿਸੇ ਨੇ ਸੂਹ ਦੇ ਦਿੱਤੀ, ਉਹ ਸੂਹ ਪਹੁੰਚਦੀ ਰੂਸ ਵਾਲਿਆਂ ਕੋਲ ਪਹੁੰਚ ਗਈ। ਉਹਨਾਂ ਨੇ ਅਫਸਰ ਨੇ 2 ਅਫਸਰਾਂ ਨੂੰ ਦੱਸਿਆ ਨਹੀਂ, ਦੱਸੇ ਬਗੈਰ ਕਹਿੰਦੇ ਜੀ ਮੀਟਿੰਗ ਆ, ਉਹਨਾਂ ਨੂੰ ਸੱਦ ਲਿਆ ਉੱਥੇ। ਜਿੰਨੇ ਚਿਰ ਉਹਨੇ ਸ਼ਿਪ ਆਉਣਾ ਸੀ ਉੱਥੇ ਸੱਦ ਲਏ ਤੇ ਉੱਥੇ ਸੱਦ ਕੇ ਖੜੇ ਪੈਰ ਸਾਰੀ ਚੈਕਿੰਗ ਕਰਾਈ। ਚੈਕਿੰਗ ਕਰਾ ਕੇ ਉਹ ਸਮਰੀ ਟ੍ਰਾਇਲ ਹੋਇਆ। 1 ਹਫ਼ਤੇ ਦੇ ਬਾਅਦ 2 ਨੂੰ ਗੋਲੀ ਉਹਨਾਂ ਮਾਰ ਦਿੱਤੀ ਸੀ। ਪਰ ਉਸੇ ਕੇਸ ਦੇ ਵਿੱਚ ਸਾਡੇ ਇੱਥੇ ਭਾਰਤ ਵਿੱਚ 150 ਤੋਂ ਵੱਧ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਅਫਸਰ, ਹੇਠੋਂ ਜ਼ਿਲ੍ਹਿਆਂ ਦੇ ਫੂਡ ਜਿਹੜੇ FCI ਦੇ ਮੈਨੇਜਰ, ਉਹਨਾਂ ਤੋਂ ਲੈ ਕੇ ਉੱਪਰ ਤੱਕ ਉਹ ਫੜੇ ਗਏ ਸੀ। ਉਹਨਾਂ 'ਚੋਂ ਕਿਸੇ ਇੱਕ ਨੂੰ ਵੀ ਤੱਤੀ ਵਾਰ ਨਹੀਂ ਲੱਗੀ। 2-3 ਸਾਲ ਮੁਕੱਦਮਾ ਚੱਲਿਆ, ਸਾਰੇ ਛੁੱਟ ਕੇ ਆ ਗਏ ਤੇ ਉਹਨੇ ਚਿਰ ਜਦ ਤੱਕ ਮੁਕੱਦਮਾ ਚੱਲਦਾ ਸੀ ਉਹ ਸਾਰੇ ਸਮੇਂ ਦੀਆਂ ਤਨਖਾਹਾਂ ਵੀ ਫਿਰ ਉਹਨਾਂ ਨੂੰ ਮਿਲ ਗਈਆਂ ਸੀ ਜੀ। ਹੁਣ ਜੇ ਚੀਨ ਵਾਲੇ ਆਪਣਿਆਂ ਨੂੰ ਫੜ ਕੇ ਰਗੜ ਦੇਣ ਕੱਲ੍ਹ ਨੂੰ, ਤੇ ਇੱਥੋਂ ਵਾਲੇ ਜਿਨ੍ਹਾਂ ਨੇ ਕਮਿਸ਼ਨ ਖਾਧਾ ਤੇ ਅਦਾਲਤਾਂ ਵਿੱਚ ਵੀ ਲੜਦੇ ਪਏ, ਇਹ ਖਾ ਗਿਆ, ਇਹ ਖਾ ਗਿਆ, ਇਹ ਖਾ ਗਿਆ। ਤਾਂ ਜੇ ਯੂਪੀ ਦੀ ਸਰਕਾਰ ਇਸ ਗੱਲ ਦੀ ਪੜਤਾਲ ਨਹੀਂ ਕਰਦੀ ਕਿ ਨੁਕਸਦਾਰ ਕਿੱਟਾਂ ਨੇ ਤੇ ਕਿੱਦਾਂ ਖਰੀਦੀਆਂ ਗਈਆਂ ਤੇ ਕਮਿਸ਼ਨ ਕਿਹਨੇ ਖਾਧਾ, ਪੜਤਾਲ ਇਸ ਗੱਲ ਦੀ ਕਰਦੀ ਹੈ ਕਿ ਮੀਡੀਆ ਕੋਲ ਖਬਰ ਕਿੱਦਾਂ ਚਲੇਗੀ, ਤੇ ਫਿਰ ਇੱਥੇ ਬਿਮਾਰੀ ਰੋਕੇਗਾ ਕੌਣ? ਅਸੀਂ ਤਾਂ ਰੱਬ ਆਸਰੇ ਬੈਠੇ ਹਾਂ ਜੀ। ਚਲੋ ਰੱਬ ਹੀ ਬਚਾਈ ਜਾਂਦਾ, ਕਿਉਂਕਿ ਜਿਹੋ ਜਿਹੇ ਹਾਲਾਤ ਹੈ ਬਨਸਾ। ਇੱਕ ਚੀਜ਼ ਮੈਂ ਪੁੱਛਣੀ ਸੀ, ਆਂਦੇ 29 ਨੂੰ ਦੁਨੀਆ ਖਤਮ ਹੋ ਜਾਣੀ ਜੀ, ਇਹ ਕੀ ਕਹਾਣੀ ਹੈ? ਯਾਰ ਇਹ ਜਿਹੜੇ ਅੱਗੇ ਨੇ ਨਾ ਅਫਵਾਹਾਂ ਫੈਲਾਉਣ ਵਾਲੇ ਜੀ, ਉਹਨਾਂ ਦੀਆਂ ਤਾਂ ਗੱਲਾਂ ਹੀ ਪਰੇ ਆ। ਨਹੀਂ, ਮੈਨੂੰ ਐਸੇ ਵੀ 27 ਅੱਜ ਹੋ ਗਈ ਤੇ ਪਰਸੋਂ ਦੇ 29 ਤਰੀਕ ਨੂੰ ਇੱਕ ਤਾਰਾ ਜੀ, ਛੋਟਾ ਜਿਹਾ ਤਾਰਾ, ਚੰਦ ਨਾਲੋਂ ਵੀ ਛੋਟਾ, ਚੰਦ ਬਹੁਤ ਵੱਡਾ,
ਉਹ ਚੰਦ ਨਾਲੋਂ ਵੀ ਛੋਟਾ। ਸਾਡੀ ਧਰਤੀ ਦੇ ਮੁਕਾਬਲੇ ਚੰਦ ਬਹੁਤ ਛੋਟਾ, ਉਹ ਚੰਦ ਤੋਂ ਵੀ ਬਹੁਤ ਛੋਟਾ। ਉਹਨੇ ਧਰਤੀ ਦੇ ਕੋਲ ਦੀ ਲੰਘਣਾ, ਤੇ ਕੋਲ ਦੀ ਲੰਘਣਾ ਦਾ ਮਤਲਬ ਇਹ ਨਹੀਂ ਕਿ ਧਰਤੀ ਦੇ ਫਿਰਨੀ ਤੋਂ ਲੰਘਣਾ ਉਹਨੇ ਜੀ, ਧਰਤੀ ਤੋਂ ਫਿਰ ਵੀ ਲੱਖਾਂ ਕਿਲੋਮੀਟਰ ਦੇ ਫਾਸਲੇ ਤੋਂ ਲੰਘਣਾ ਉਹਨੇ। ਇਹ ਚਰਚਾ ਚਲਾਤੀ ਜੀ ਉਹਨੇ ਕੋਲ ਦੀ ਲੰਘਣਾ। ਉਹਦੇ ਵਿੱਚੋਂ ਕੁਝ ਸਿਰਫਿਰੇ ਬੰਦਿਆਂ ਨੇ ਇਹ ਖਬਰ ਵਾਇਰਲ ਕਰ ਦਿੱਤੀ ਕਿ 29 ਤਰੀਕ ਨੂੰ ਉਹਨੇ ਆਉਣਾ, ਉਹਨੇ ਧਰਤੀ 'ਚ ਵੱਜਣਾ, ਸਾਰੀ ਧਰਤੀ ਤਬਾਹ ਹੋ ਜਾਣੀ, ਅਸੀਂ ਤੁਸੀਂ ਸਭ ਲੋਕਾਂ ਨੇ ਮਰ ਮੁਰ ਜਾਣਾ। ਬਾਅਦ ਵਿੱਚ ਜਿਹੜੇ ਸਾਇੰਟਿਸਟ ਨੇ, ਜਿਹੜੇ ਸਪੇਸ ਨੂੰ ਡੀਲ ਕਰਦੇ ਆ, ਉਹਨਾਂ ਸਾਰਿਆਂ ਨੇ ਆਖਿਆ ਕਿ ਇਹੋ ਜਿਹੀ ਕੋਈ ਗੱਲ ਨਹੀਂ, ਉਹ ਇੰਨੇ ਫਾਸਲੇ ਤੋਂ ਲੰਘ ਰਿਹਾ, ਇੱਦਾਂ ਦੇ ਅੱਗੇ ਵੀ ਕਈ ਵਾਰ ਲੰਘੇ ਆ, ਧਰਤੀ ਨੂੰ ਕੋਈ ਖਤਰਾ ਨਹੀਂ ਜੀ। ਪਰ ਉਹਦੀ ਪੜਤਾਲ ਕੌਣ ਕੋਈ ਕਰੇਗਾ ਕਿ ਇਹੋ ਜਿਹੀ ਖਬਰ ਫੈਲਾਉਣ ਵਾਲਾ ਉਹ ਕੋਈ ਅਮਰੀਕਾ 'ਚ ਬੈਠਾ, ਅਫਰੀਕਾ 'ਚ ਬੈਠਾ, ਰੂਸ ਵਿੱਚ ਬੈਠਾ, ਚੀਨ ਵਿੱਚ ਬੈਠਾ, ਕਿ ਕਿਹੜੀ ਥਾਂ ਤੇ ਬੈਠਾ, ਕਿਸੇ ਇੱਕ ਸਿਰਫਿਰੇ ਦਿਮਾਗ ਨੇ ਖਬਰ ਫੈਲਾਤੀ ਜੀ। ਤੁਸੀਂ ਉਹਨੂੰ ਛੱਡੋ। ਕੱਲ ਉੱਥੇ ਬਰਤਾਨੀਆ ਦੇ ਵਿੱਚੋਂ ਖਬਰ ਆ ਗਈ, ਬ੍ਰਿਟਨ 'ਚੋਂ, ਉੱਥੇ ਇੱਕ ਨਵੀਂ ਜਿਹੜੀ ਵੈਕਸੀਨ ਬਣੀ ਹੈ, ਉਹਦੇ ਵਾਸਤੇ ਉਹਨਾਂ ਨੇ ਆਖਿਆ ਸੀ ਕਿ ਵਲੰਟੀਅਰ ਚਾਹੀਦੇ ਆ ਟੈਸਟ ਕਰਨੇ। ਇੱਕ ਬੀਬੀ ਨੇ ਆਖਿਆ ਜੀ ਮੈਂ ਵਲੰਟੀਅਰ, ਉਹਦੀ ਪਹਿਲੀ ਵਲੰਟੀਅਰ ਸੀ, ਉਹਦੇ ਬਾਰੇ ਕੱਲ ਦੁਪਹਿਰ ਤੱਕ ਖਬਰ ਆ ਗਈ ਕਿ ਵੈਕਸੀਨ ਕਾਮਯਾਬ ਨਹੀਂ ਹੋਈ ਤੇ ਉਸ ਬੀਬੀ ਦੀ ਡੈਥ ਹੋ ਗਈ, ਉਹ ਮਰ ਗਈ। ਸ਼ਾਮ ਤੱਕ ਉਹ ਅੱਧੀ ਰਾਤ ਨੂੰ ਜਾ ਕੇ ਉਸ ਬੀਬੀ ਦਾ ਬਿਆਨ ਆਇਆ ਔਰ ਉਹਨੇ ਕੈਮਰਿਆਂ ਸਾਹਮਣੇ ਆਖਿਆ, ਕਹਿੰਦੀ ਮੈਂ ਤੇ ਜਿਉਂਦੀ ਜਾਗਦੀ ਹਾਂ, ਔਰ ਮੇਰੇ ਮਰਨ ਦੀ ਖਬਰ ਮੈਨੂੰ ਵੀ ਵਾਇਰਲ ਕਰਕੇ ਉੱਥੇ WhatsApp ਤੇ ਆਈ ਜਾਂਦੀ ਹੈ ਕਿ ਤੂੰ ਤਾਂ ਮਰ ਚੁੱਕੀ ਹੈ ਜੀ। ਉਹ ਕਦੀ ਸ਼ਰਮ ਵਾਲੀ ਗੱਲ ਹੈ? ਕਿਹੋ ਜਿਹੀਆਂ ਗੱਲਾਂ? ਮੈਂ ਤਾਂ ਵਲੰਟੀਅਰ ਦੇ ਤੌਰ ਤੇ ਇਸ ਕਰਕੇ ਪੇਸ਼ ਕੀਤਾ ਕਿ ਮੈਂ ਦੇਸ਼ ਦੀ ਮਨੁੱਖਤਾ ਦੀ ਸੇਵਾ ਕਰਨਾ ਚਾਹੁੰਦੀ ਹਾਂ ਕਿ ਜੇ ਵੈਕਸੀਨ ਚੰਗੀ ਹੋਵੇ ਮਾੜੀ ਹੋਵੇ, ਜੇ ਇਹਨੂੰ ਭੁਗਤਣਾ ਵੀ ਪਿਆ ਤੇ ਮੈਂ ਭੁਗਤੂੰ, ਤੇ ਮੈਂ ਤੇ ਸੇਵਾ ਵਾਸਤੇ ਆਪਣਾ ਸਰੀਰ ਪੇਸ਼ ਕੀਤਾ ਤੇ ਮੇਰੇ ਬਾਰੇ ਵੀ ਆ ਖਬਰ ਫੈਲਾਤੀ ਗਈ। ਹੁਣ ਕੱਲ੍ਹ ਦੀ ਭਾਰਤ ਵਿੱਚ ਇੱਕ ਹੋਰ ਅਫਵਾਹ ਫੈਲੀ ਪਈ ਹੈ ਕਿ ਭਾਰਤ ਦੇ ਜਿਹੜੇ ਰੈਵਨਿਊ ਅਫਸਰਸ ਨੇ ਜੀ, ਜਿਹੜੇ ਟੈਕਸਾਂ ਨੂੰ ਡੀਲ ਕਰਦੇ, ਉਹਨਾਂ ਸਾਰਿਆਂ ਦੀ ਐਸੋਸੀਏਸ਼ਨ ਨੇ ਇਹ ਕਹਿ ਦਿੱਤਾ ਕਿ ਸਾਰੇ ਅਮੀਰਾਂ ਦੇ ਉੱਤੇ ਟੈਕਸ ਲਾ ਦਿਓ, ਤੇ ਸਰਕਾਰ ਜਿਹੜੀ ਆ ਵਿਚਾਰ ਕਰਦੀ ਪਈ ਆ ਕਿ ਭਾਰਤ ਦੇ ਵੱਡੇ ਅਮੀਰਾਂ ਦੇ ਉੱਤੇ ਨਵਾਂ ਇੱਕ ਕਰੋਨਾ ਸੈਸ ਲੱਗ ਜਾਣਾ, ਕਰੋਨਾ ਟੈਕਸ ਲੱਗੇਗਾ, ਸਪੈਸ਼ਲ ਟੈਕਸ ਲੱਗਣਾ। ਇਹ ਫਜ਼ੂਲ ਗੱਲਾਂ ਨੇ ਕਾਫੀ। ਇਹਦੇ ਉੱਤੇ ਜਿਹੜਾ CBDT ਹੈ, ਸੈਂਟਰ ਬੋਰਡ ਔਨ ਡਾਇਰੈਕਟ ਟੈਕਸ ਜਿਹੜਾ ਭਾਰਤ ਦਾ, ਉਹਨੇ ਸੈਂਟਰ ਬੋਰਡ ਔਨ ਡਾਇਰੈਕਟ ਟੈਕਸਿਸ ਨੇ ਸਪਸ਼ਟੀਕਰਨ ਦਿੱਤਾ ਕਿ ਇਹੋ ਜਿਹੀ ਕੋਈ ਮੀਟਿੰਗ ਨਹੀਂ ਹੋਈ, ਰੈਵਨਿਊ ਆਫਿਸਰਸ ਦੀ ਕਿਸੇ ਐਸੋਸੀਏਸ਼ਨ ਨੇ ਇਹੋ ਜਿਹੀ ਕੋਈ ਮੰਗ ਨਹੀਂ ਕੀਤੀ, ਕੋਈ ਮੁੱਦਾ ਹੀ ਨਹੀਂ ਉੱਠਿਆ। ਪਰ ਅੱਗੇ ਤਾਂ ਕਹਿੰਦੇ ਖੰਭਾਂ ਦੀਆਂ ਡਾਰਾਂ, ਹੁਣ ਤੇ ਬਗੈਰ ਖੰਭਾਂ ਤੋਂ ਹੀ ਡਾਰਾਂ ਬਣੀ ਜਾਣ ਡੀਆਂ ਨੇ। ਇਹੋ ਜਿਹੀਆਂ ਖਬਰਾਂ ਰੋਜ਼ ਹੀ 5-4 ਆ ਜਾਂਦੀਆਂ ਨੇ। 2 TV ਚੈਨਲ ਰੋਜ਼ ਸ਼ਾਮ ਨੂੰ ਦੱਸਦੇ ਆ ਵਾਇਰਲ ਸੱਚ ਦੇ ਵਿੱਚ ਕਿ ਕਿੰਨੀਆਂ ਖਬਰਾਂ ਝੂਠੀਆਂ ਫੈਲਾਈਆਂ ਜਾ ਰਹੀਆਂ ਨੇ। ਇਹ ਵੀ ਝੂਠੀਆਂ ਖਬਰਾਂ ਫੈਲਾਉਣ ਦਾ ਤਰੀਕਾ। ਸੋ ਇਹ ਜਿਹੜੇ ਅੱਗੇ ਦੁਨੀਆ ਖਤਮ ਹੋ ਜਾਣੀ ਆ, ਫਲਾਣ ਹੋ ਜਾਣਾ, ਇਹ ਬੰਦੇ ਲਗਾਤਾਰ ਸ਼ਰਾਰਤੀ ਮਨ ਜਿਹੜੇ ਆ, ਇਹ ਨਹੀਂ ਕਿ ਅੱਜ ਕੱਲ੍ਹ ਕਰਫਿਊ ਲੱਗਾ ਤੇ ਵਿਹਲੇ ਆ ਤੇ ਤਾਂ ਇਹੋ ਜਿਹੀਆਂ ਕਾਢਾਂ ਕੱਢਦੇ ਨੇ। ਅੱਗੋਂ ਪਿੱਛੋਂ ਵੀ ਇਹ ਖੁਰਾਫਾਤੀ ਦਿਮਾਗ, ਇਹਨਾਂ ਨੂੰ ਹੋਰ ਕੁਛ ਨਹੀਂ ਹੁੰਦਾ, ਜਾਂਦਿਆਂ ਕੋਈ ਨਾ ਕੋਈ ਸ਼ਰਾਰਤ ਕਰਨੀ ਹੁੰਦੀ ਹੈ, ਮੁੜ ਕੇ 2-4 ਦਿਨ ਬਾਅਦ ਜਦ ਤੱਕ ਸਪਸ਼ਟੀਕਰਨ ਆਉਂਦਾ, ਉਹਨਾਂ ਚਿਰ ਤੱਕ ਲੋਕਾਂ ਦਾ ਸਾਹ ਤਾਂ ਸੁੱਕਾ ਰਹੂਗਾ ਜੀ। ਇਹ ਕੰਮ ਕਰਦੇ। ਆਪਾਂ ਪੰਜਾਬ ਵਾਲੇ ਪਾਸੇ ਆਈਏ ਪੰਨੂ ਸਾਹਿਬ, ਆਪਾਂ ਜ਼ਿਕਰ ਕੀਤਾ ਇਹ ਪ੍ਰੋਗਰਾਮ ਦੀ ਸਟਾਰਟਿੰਗ 'ਚ ਵੀ ਕਿ ਜਿਹੜੇ ਪੰਜਾਬੋਂ ਬਾਹਰਲੇ ਮੁਲਕ ਦੇ ਵਿੱਚ ਕਿਤੇ ਗਏ ਆ, ਕੋਈ ਟੂਰਿਸਟ ਵੀਜ਼ੇ ਤੇ ਗਿਆ, ਕਿਸੇ ਕੰਮ ਗਿਆ ਜਾਂ ਜਿੱਦਾਂ ਵੀ, ਉੱਧਰ ਜਾ ਕੇ ਹੁਣ ਉਹ ਫਸ ਗਿਆ ਤੇ ਉਹਨੇ ਪੰਜਾਬ ਵਾਪਸ ਆਉਣਾ। ਕੱਲ ਤੁਸੀਂ ਗੱਲ ਕੀਤੀ ਸੀ ਕਿ ਕੁਝ ਜ਼ਿਲ੍ਹਿਆਂ ਨੇ ਵੱਖਰੇ ਲਿੰਕ ਦਿੱਤੇ ਆ, ਪਰ ਪੰਜਾਬ ਲੈਵਲ ਦੇ ਉੱਪਰ ਸਾਰੇ ਜ਼ਿਲ੍ਹਿਆਂ ਲਈ ਜਿਹੜਾ ਲਿੰਕ ਆ ਤੇ ਕੀ ਉਹਦਾ ਤਰੀਕਾ, ਮੈਂ ਨਾ ਆਪਾਂ ਗਾਈਡ ਕਰ ਦਈਏ ਜੀ। ਦੇਖੋ, ਇਹ 'ਚ ਮੈਂ ਦੱਸਾਂ ਕਿ ਅਸੀਂ ਮੁੜ ਕੇ ਪਿਛਲੇ 1 ਹਫ਼ਤੇ ਤੋਂ ਮੰਗ ਕਰ ਰਹੇ ਸਾਂ ਕਿ ਜਿਹੜੇ ਵਿਦੇਸ਼ਾਂ ਵਿੱਚ ਜਾ ਕੇ ਫਸ ਗਏ ਨੇ, ਕੋਈ ਉੱਥੇ ਵਿਆਹ ਸ਼ਾਦੀ ਤੇ ਗਿਆ, ਕੋਈ ਕਿਸੇ ਰਿਸ਼ਤੇਦਾਰੀ 'ਚ ਮਰਗ ਦੇ ਉੱਤੇ ਮੌਕੇ ਤੇ ਗਿਆ, ਕੋਈ ਕਿਸੇ ਕਾਰੋਬਾਰ ਦੇ ਸਿਲਸਿਲੇ 'ਚ ਗਿਆ, ਕੋਈ ਘੁੰਮਣ ਵਾਸਤੇ ਚਲਾ ਗਿਆ। ਮਰਚੈਂਟ ਨੇਵੀ 'ਚ ਬਹੁਤ ਸਾਰੇ ਲੋਕ ਸ਼ਿਪ 'ਤੇ ਵੀ ਜਾਂਦੇ ਨੇ, ਉਹ ਸਾਰੇ ਲੋਕ ਜੰਨੇ ਆ। ਕੁਝ ਲੋਕ ਉੱਥੋਂ ਆਏ ਆ ਤੇ ਇੰਡੀਆ ਪਹੁੰਚੇ ਨਹੀਂ, ਰਸਤੇ 'ਚ ਜਿੱਥੋਂ ਜਹਾਜ਼ ਬਦਲਣਾ ਸੀ ਅਜੇ ਉੱਥੇ ਸੀ ਤੇ ਆਉਂਦਿਆਂ ਨੂੰ ਪਾਬੰਦੀਆਂ ਲੱਗ ਗਈਆਂ। ਉਹਨਾਂ ਸਾਰਿਆਂ ਦੇ ਵਾਪਸ ਆਉਣ ਵਾਸਤੇ ਹੁਣ ਕੋਈ ਰਾਹ ਕੱਢਣਾ ਚਾਹੀਦਾ। 1.25 ਮਹੀਨੇ ਤੋਂ ਵੱਧ ਹੋ ਗਏ। ਇਹ ਪਰਸੋਂ ਤੋਂ ਗੱਲਾਂ ਚੱਲੀਆਂ ਨੇ। ਪਹਿਲਾਂ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦਾ ਸਾਨੂੰ ਮੈਸੇਜ ਮਿਲਿਆ ਕਿ ਪੰਜਾਬ ਸਰਕਾਰ ਇਹਦੇ ਬਾਰੇ ਵਿਚਾਰ ਕਰ ਰਹੀ ਹੈ ਤੇ ਆ ਇੱਕ ਲਿੰਕ ਦਿੱਤਾ। ਉਹ ਲਿੰਕ ਸਿਰਫ ਜਲੰਧਰ ਜ਼ਿਲ੍ਹੇ ਵਾਸਤੇ ਸੀ, ਪਰ ਨਾਲ ਹੀ ਰਾਤ ਨੂੰ ਆ ਗਿਆ ਮੋਹਾਲੀ ਦਾ ਵੀ ਮੈਸੇਜ ਤੇ ਅਸੀਂ ਉਹ ਵੀ ਦੇ ਦਿੱਤਾ ਸੀ। ਅਸੀਂ ਉਹ ਵੀ ਲਿੰਕ ਦੇ ਦਿੱਤਾ। ਉਹਦੇ ਤੋਂ ਬਾਅਦ ਫਿਰ ਅਸੀਂ ਪੰਜਾਬ ਸਰਕਾਰ ਨੂੰ ਆਖਿਆ ਕਿ ਇੱਦਾਂ ਕੱਲਾ ਜ਼ਿਲ੍ਹਾ ਸਾਨੂੰ ਭੇਜਦਾ, ਕੱਲੇ ਜ਼ਿਲ੍ਹੇ ਤੋਂ ਅਸੀਂ ਮੰਗਦੇ ਹਾਂ। ਸਮੁੱਚੇ ਮੀਡੀਆ ਨੂੰ ਤੁਸੀਂ ਰਿਲੀਜ਼ ਨਹੀਂ ਕੀਤਾ, ਤੁਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਲਿੰਕ ਇੱਕ ਵਾਰੀ ਰਿਲੀਜ਼ ਕਰ ਦਿਓ। ਥੋੜ੍ਹੀ ਦੇਰ ਪਹਿਲਾਂ ਮੇਰੇ ਕੋਲ ਪੰਜਾਬ ਸਰਕਾਰ ਦਾ ਜਿਹੜਾ ਕੋਵਿਡ ਕੰਟਰੋਲ ਰੂਮ ਹੈ, ਕਰੋਨਾ ਵਾਇਰਸ ਕੰਟਰੋਲ ਰੂਮ, ਉਹਦੇ ਵਿੱਚੋਂ ਮੈਸੇਜ ਆ ਗਿਆ
ਸਾਰੇ ਜ਼ਿਲ੍ਹਿਆਂ ਦੇ ਜਿਹੜੇ ਲਿੰਕ ਨੇ, ਅੰਮ੍ਰਿਤਸਰ ਵਾਲੇ ਅੰਮ੍ਰਿਤਸਰ ਦੇ ਲਿੰਕ ਦੇ ਉੱਤੇ ਅਪਲਾਈ ਕਰਨ, ਭਾਵੇਂ ਉਹ ਅਮਰੀਕਾ 'ਚ ਬੈਠੇ ਹੋਣ, ਭਾਵੇਂ ਉਹ ਇੰਗਲੈਂਡ 'ਚ ਹੋਣ, ਆਸਟ੍ਰੇਲੀਆ ਵਿੱਚ ਹੋਣ, ਭਾਵੇਂ ਸਿੰਗਾਪੁਰ 'ਚ ਹੋਣ, ਉਹਦੇ 'ਤੇ ਅਪਲਾਈ ਕਰਨ। ਭਾਵੇਂ ਕੁਵੈਤ ਦੇ ਵਿੱਚ ਫਸੇ ਬੈਠੇ ਨੇ ਜੀ, ਟ੍ਰਾਂਜਿਟ ਫਲਾਈਟ ਵਾਸਤੇ, ਉਹ ਫਲਾਈਟ ਕਨੈਕਸ਼ਨ ਵਾਸਤੇ ਦੁਬਈ 'ਚ ਆ ਕੇ ਵੀ ਫਸੇ ਬੈਠੇ ਨੇ, ਉਹ 'ਤੇ ਕਰ ਸਕਦੇ ਆ। ਜਿਹੜੇ ਜਲੰਧਰ ਵਾਲੇ ਉਹ ਜਲੰਧਰ ਵਾਲੇ 'ਤੇ ਕਰਨ, ਮੋਹਾਲੀ ਵਾਲੇ ਮੋਹਾਲੀ ਵਾਲੇ 'ਤੇ, ਪਟਿਆਲੇ ਵਾਲੇ ਪਟਿਆਲੇ ਵਾਲਿਆਂ 'ਤੇ, ਬਠਿੰਡੇ ਵਾਲੇ ਬਠਿੰਡੇ ਵਾਲਿਆਂ 'ਤੇ। ਉਹ ਲਿੰਕ ਅਸੀਂ ਪੇਸ਼ ਕਰ ਰਹੇ ਹਾਂ। ਇਸ ਲਿੰਕ ਦੇ ਉੱਤੇ ਸਾਰੇ ਤੁਸੀਂ ਉਹ ਜਿਹੜੇ ਆਪੋ ਆਪਣਾ ਨੋਟ ਕਰਕੇ ਤੇ ਉਹਦੇ ਉੱਤੇ ਤੁਸੀਂ ਕਰ ਸਕਦੇ ਆ। ਇਹ ਬਹੁਤ ਜ਼ਰੂਰੀ ਆ। ਫਿਰ ਵੀ ਜੇ ਕਿਸੇ ਨੂੰ ਮਦਦ ਦੀ ਲੋੜ ਹੋਵੇ ਤੇ ਟੀਵੀ ਪ੍ਰਾਈਮ ਏਸ਼ੀਆ ਮਦਦ ਕਰਨ ਲਈ ਤਿਆਰ ਆ, ਤੁਸੀਂ ਮਦਦ ਲੈ ਸਕਦੇ ਆ। ਅਸੀਂ ਮਦਦ ਸਿਰਫ ਗਾਈਡ ਕਰਨ 'ਚ ਕਰ ਸਕਦੇ ਆ ਕਿ ਤੁਸੀਂ ਫਲਾਣੇ ਲਿੰਕ 'ਤੇ ਜਾਓ। ਇਹਦੇ ਤੋਂ ਸਿਵਾ ਹੋਰ ਕਿਸੇ ਕਿਸਮ ਦੀ ਲਿੰਕ ਇਹਦੇ 'ਚ ਕੋਈ ਨਾ ਕਿਸੇ ਨੇ ਮਦਦ ਕਰਨੀ ਆ, ਨਾ ਕਰਨ ਦੇ ਯੋਗ ਆ। ਇਹ ਕੰਮ ਸਿਰਫ ਸਰਕਾਰ ਦੇ ਉਸ ਲਿੰਕ ਤੋਂ ਹੋਣਾ। ਜੇ ਤੁਹਾਨੂੰ ਕੋਈ ਟਰੈਵਲ ਏਜੰਟ ਜਾਂ ਕੋਈ ਦੂਸਰਾ ਤੀਸਰਾ ਆ ਕੇ 'ਚ ਪੈਸੇ ਖਾਣਾ ਚਾਹੁੰਦਾ ਤੇ ਉਹ ਪੈਸੇ ਨਾ ਖਵਾਇਓ। ਆਪਣੀਆਂ ਜੇਬਾਂ ਕਟਾਉਣ ਦਾ ਕੋਈ ਫਾਇਦਾ ਨਹੀਂ ਜੀ। ਇਕਬਾਲ ਸਾਹਿਬ, ਇਹ ਤਾਂ ਹੋ ਗਈ ਮੁਲਕੋਂ ਬਾਹਰ ਜਿਹੜੇ ਲੋਕ ਚਲੇ ਗਏ ਉਹ ਫਸੇ ਆ, ਪਰ ਜਿਹੜੀਆਂ ਪੰਜਾਬੋਂ ਬਾਹਰ ਸਟੇਟਾਂ ਦੇ ਵਿੱਚ ਲੋਕ ਫਸੇ ਸੀ, ਇਹ ਹੁਣ ਸੁਣ 'ਚ ਆਇਆ ਵੀ ਜਿੱਦਾਂ ਇੱਕ ਬਠਿੰਡੇ ਟਰੱਕ ਫੜਿਆ ਜੀ, ਉੱਥੇ ਕਹਿੰਦੇ ਗਵਾਲੀਅਰ ਤੋਂ ਲੋਕ ਲੱਦ ਕੇ ਲਿਆਂਦੇ ਸੀ, ਹੋਰ ਕਿਸੇ ਨੇ ਰੋਕੇ ਨਹੀਂ, ਇੱਥੇ ਆ ਕੇ ਫੜੇ ਗਏ। ਉਹਨੂੰ ਫਿਰ ਕਿਵੇਂ ਦੇਖਦੇ ਹੋ? ਦੇਖੋ, ਜਿਹੜਾ ਬਠਿੰਡੇ ਟਰੱਕ ਫੜਿਆ ਗਿਆ, 3 ਸੂਬਿਆਂ ਦੀਆਂ ਹੱਦਾਂ ਲੰਘ ਕੇ ਆਇਆ। 3 ਸੂਬਿਆਂ ਦੀ ਪੁਲਿਸ ਸਰਕਾਰ ਨੂੰ ਧੋਖਾ ਦੇ ਕੇ ਬਠਿੰਡੇ ਪਹੁੰਚ ਗਿਆ। 50-60 ਬੰਦੇ ਉਹਦੇ 'ਚ। ਬਠਿੰਡੇ ਆ ਕੇ ਵੀ ਗੱਲ ਪਤਾ ਨਹੀਂ ਸੀ ਲੱਗਣੀ। ਗੱਲ ਇਸ ਕਰਕੇ ਰੌਲਾ ਪੈ ਗਿਆ ਕਿ ਉਹਦੇ ਵਿੱਚ ਕੁਝ ਲੋਕ ਸੀ ਲੁਧਿਆਣੇ ਦੇ। ਉਹਨਾਂ ਨੇ ਆਖਿਆ ਬਠਿੰਡੇ ਵਾਲਿਆਂ ਨੂੰ ਲਾ ਦੇ ਤੇ ਸਾਨੂੰ ਲੁਧਿਆਣੇ ਵੀ ਛੱਡ ਕੇ ਆ। ਤੇ ਉਹਨੇ ਅੱਗੋਂ ਟਰੱਕ ਵਾਲੇ ਨੇ ਆਖਿਆ ਕਿ ਮੇਰਾ ਤੁਹਾਡਾ ਸਮਝੌਤਾ ਸੀ ਬਠਿੰਡੇ ਤੱਕ ਆਉਣ ਦਾ ਜੀ, ਇੱਥੋਂ ਤੱਕ ਮੈਂ ਤੁਹਾਨੂੰ ਲੈ ਆਇਆ, ਲੁਧਿਆਣੇ ਪਹੁੰਚਾਉਣ ਵਾਸਤੇ ਫਿਰ ਮੈਂ ਇੰਨਾ ਤੇਲ ਫੂਕਾਂ, ਮੈਂ ਕਿਉਂ ਫੂਕਾਂ, ਜਾਂ ਤੁਸੀਂ ਪੈਸੇ ਦਿਓ। ਇਹਦੇ ਉੱਤੇ ਲੜਾਈ ਹੋਈ ਕਿਉਂਕਿ ਇਹਨਾਂ ਆਖਿਆ ਤੂੰ ਆਖਿਆ ਘਰੋਂ ਘਰੀ ਪਹੁੰਚਾਉਂ। ਉਹਨੇ ਆਖਿਆ ਘਰੋਂ ਘਰੀ ਨਹੀਂ, ਮੇਰੇ ਨਾਲ ਸਿਰਫ ਬਠਿੰਡੇ ਦੀ ਗੱਲ ਕੀਤੀ ਸੀ, ਤੁਹਾਡੇ 'ਚ ਜਿਹੜੇ ਬੰਦੇ ਨੇ ਕੀਤੀ ਉਹਨੂੰ ਪੁੱਛ ਲਓ। ਉਹ ਜਦੋਂ ਲੜਦੇ ਪਏ ਸੀ ਪਰ ਉਹ ਪੁਲਿਸ ਨੂੰ ਪਤਾ ਲੱਗਾ, ਪੁਲਿਸ ਨੇ ਆ ਕੇ ਫੜ ਲਏ। ਟਰੱਕ ਡਰਾਈਵਰ ਵੀ ਫੜਿਆ। ਉਹਨਾਂ ਬੰਦਿਆਂ ਦੇ ਵੀ ਕਰੋਨਾ ਟੈਸਟ ਕਰਾਉਣੇ ਸ਼ੁਰੂ ਕਰਤੇ। ਪਰ ਫਰਜ਼ ਕਰੋ ਉਹ ਇਹ ਤੋਂ ਨਾ ਲੜਦੇ ਤੇ ਫਿਰ ਸਾਰੇ ਲੋਕ ਆਪੋ ਆਪਣੇ ਘਰੀ ਚਲੇ ਜਾਂਦੇ ਜੀ। ਉਹਨਾਂ ਦੇ ਵਿੱਚੋਂ ਇੱਕ ਟਰੱਕ ਜਿਹ 'ਚ 50 ਬੰਦੇ ਵੜ ਕੇ ਆਉਂਦੇ ਜਾਂ 60 ਬੰਦੇ ਵੜ ਕੇ ਆਉਂਦੇ, ਜੇ ਇੱਕ ਵੀ ਇਨਫੈਕਟਡ ਹੋਵੇ ਤੇ ਬਾਕੀ ਸਾਰਿਆਂ ਨੂੰ ਬਿਮਾਰੀ ਵੰਡ ਸਕਦਾ ਕਿ ਨਹੀਂ ਵੰਡ ਸਕਦਾ ਜੀ। ਉਹਦੇ ਵਾਸਤੇ ਫਿਰ ਚਾਹੀਦਾ ਇਹ ਸੀ ਕਿ ਪਹਿਲਾਂ ਤੇ ਉਸ ਟਰੱਕ ਵਾਲੇ ਦੇ ਉੱਤੇ ਵੀ ਕੇਸ ਬਣਾਇਆ ਜਾਂਦਾ ਕਿ ਤੂੰ 3 ਸੂਬਿਆਂ ਦੀਆਂ ਹੱਦਾਂ ਕਿੱਦਾਂ ਟੱਪ ਆਇਆ, ਇੰਨੇ ਬੈਰੀਅਰ ਤੂੰ ਕਿੱਦਾਂ ਲੰਘਿਆ। ਉਹਦੀ ਇਨਕੁਆਇਰੀ ਕੀਤੀ ਜਾਂਦੀ, ਫਿਰ ਪਤਾ ਲੱਗਦਾ ਕਿ ਕਿੰਨੇ ਬੈਰੀਅਰਸ ਦੇ ਉੱਤੇ ਕਿੰਨੇ ਕਿੰਨੇ ਪੈਸੇ ਦੇ ਕੇ ਲੰਘਿਆ ਜੀ। ਜਾਂ ਜਾਲੀ ਕਰਫਿਊ ਪਾਸ ਬਣਾਇਆ ਹੋਊਗਾ, ਜਿੱਦਾਂ ਸਾਡੇ ਧਰਮਕੋਟ ਦੇ ਵਿੱਚ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡੇ 'ਚ ਫੜੇ ਗਏ, ਉੱਦਾਂ ਦਾ ਵੀ ਬਣਾਇਆ ਹੋਊਗਾ। ਜੋ ਵੀ ਸੀ ਉਹਦੀ ਇਨਕੁਆਇਰੀ ਕਰਨੀ ਚਾਹੀਦੀ ਸੀ। ਬਠਿੰਡੇ ਦੀ ਪੁਲਿਸ ਨੇ ਕੀਤੀ ਕਿ ਨਹੀਂ ਕੀਤੀ ਮੈਨੂੰ ਪਤਾ ਨਹੀਂ ਜੀ। ਨਾਲ ਉਹਦੇ ਉੱਤੇ ਮੁਕੱਦਮਾ ਦਰਜ ਕਰਕੇ ਤੈਨੂੰ ਅੰਦਰ ਕਰਨਾ ਚਾਹੀਦਾ ਸੀ। ਅੱਛਾ, ਇਹਦੇ ਤੋਂ ਅਗਲੀ ਗੱਲ ਇਹ ਆ ਕਿ ਇਹਨਾਂ ਬੰਦਿਆਂ ਨੂੰ ਇਹ ਵੀ ਪੁੱਛਣਾ ਚਾਹੀਦਾ ਕਿ ਤੁਹਾਨੂੰ ਇਹ ਸੌਦਾ ਕਿਹਨੇ ਮਾਰ ਕੇ ਦਿੱਤਾ, ਕੋਈ ਏਜੰਟ ਵਗੈਰਾ ਉੱਥੇ ਸੀ? ਏਜੰਟ ਦੀ ਗੱਲ ਮੈਂ ਕਿਉਂ ਕਰਦਾ ਪਿਆ, ਕੱਲ੍ਹ ਲੁਧਿਆਣੇ 'ਚ ਇੱਕ ਇਹੋ ਜਿਹਾ ਏਜੰਟ ਫੜਿਆ ਗਿਆ, ਠੱਗ। ਉਹ ਏਜੰਟ ਵੀ ਨਹੀਂ ਜਾਪਦਾ, ਠੱਗ ਜਾਪਦਾ ਜੀ, ਜਿਹਨੇ ਪ੍ਰਵਾਸੀ ਮਜ਼ਦੂਰਾਂ ਨੂੰ ਜਾ ਕੇ ਆਖਿਆ ਕਿ ਪਤਾ ਨਹੀਂ ਇੱਥੇ 6 ਮਹੀਨੇ ਇਹੋ ਹਾਲ ਰਹਿਣਾ, ਤੁਸੀਂ ਜਿਨ੍ਹਾਂ ਨੇ ਆਪੋ ਆਪਣੇ ਘਰੀ ਜਾਣਾ ਆਪਣੇ ਆਪਣੇ ਤੁਸੀਂ ਫਾਰਮ ਭਰਾਓ। ਫਾਰਮ ਪਤਾ ਨਹੀਂ ਕਿੱਥੋਂ ਬਣਾ ਕੇ ਲਾਇਆ, ਲੋਕਾਂ ਦੇ ਫਾਰਮ ਭਰਨੇ ਸ਼ੁਰੂ ਕਰਤੇ। 200-200 ਰੁਪਈਆ ਇੱਕ ਬੰਦੇ ਤੋਂ ਲਈ ਜਾ ਰਿਹਾ ਜੀ। ਮੈਂ ਤੁਹਾਡੇ ਫਾਰਮ ਭਰੂੰਗਾ ਤੇ ਤੁਹਾਨੂੰ ਸਾਰਿਆਂ ਨੂੰ ਪਰਮਿਸ਼ਨ ਲਿਖ ਕੇ ਦਊਂਗਾ। ਜਦੋਂ ਪਰਮਿਸ਼ਨ ਮਿਲ ਗਈ ਫਿਰ ਤੁਸੀਂ ਗੱਡੀ ਦਾ ਕਿਰਾਇਆ ਤੇ ਅਗਲਾ ਖਰਚਾ ਤੁਹਾਡੇ ਤੋਂ ਮੈਂ ਫੇਰ ਲਊਂਗਾ। ਅਗਲਾ ਖਰਚਾ ਲਵੇ ਨਾ ਲਵੇ, 200-200 ਦੇ ਫਾਰਮ ਭਰ ਕੇ ਜੇ ਉਹਨੇ 100 ਫਾਰਮ ਵੀ ਭਰ ਗਿਆ ਉਹ ਤੇ 20,000 ਕਮਾ ਕੇ ਤੁਰ ਜਾਓ ਜੀ। ਉਹ ਹੁਣ ਕੱਲ੍ਹ ਉੱਥੇ ਇਹ ਫੜਿਆ ਗਿਆ, ਇਹਨੂੰ ਵੀ ਚੈੱਕ ਕਰਨਾ ਚਾਹੀਦਾ। ਮੈਂ ਪਹਿਲਾਂ ਦੱਸਿਆ ਕਿ ਨਵਾਂ ਸ਼ਹਿਰ ਜ਼ਿਲ੍ਹਾ ਕਰੋਨਾ ਵਾਇਰਸ ਤੋਂ ਮੁਕਤ ਹੋ ਗਿਆ ਸੀ ਜੀ। ਪਰਸੋਂ ਦਾ ਫਿਰ ਉੱਥੇ ਸਮੱਸਿਆ ਆ ਗਈ। ਅੱਜ ਅਖਬਾਰਾਂ 'ਚ ਆਈ ਇਹ ਗੱਲ। ਹੋਇਆ ਕਿ ਇੱਕ ਟਰੱਕ ਡਰਾਈਵਰ ਹੈ ਜਤਿੰਦਰ ਕੁਮਾਰ ਨਾਂ ਦਾ, ਕਹਿੰਦੇ ਜੀ ਉਹ ਪਰਿਓਂ ਆਇਆ ਰੋਪੜ ਵਾਲੇ ਪਾਸੇ ਤੋਂ, ਰਸਤੇ 'ਚ ਪੁਲਿਸ ਦੇ ਕਿਸੇ ਨਾਕੇ ਤੇ ਉਹਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਲੰਘ ਆਇਆ। ਚਾਹੀਦਾ ਇਹ ਸੀ ਕਿ ਪਹਿਲੇ ਨਾਕੇ ਤੇ ਜਦੋਂ ਜ਼ਿਲ੍ਹੇ 'ਚ ਵੜਨ ਲੱਗਾ ਉੱਥੇ ਰੋਕ ਕੇ ਸਿਹਤ ਵਿਭਾਗ ਦੀ ਟੀਮ ਨੂੰ ਆਖਿਆ ਜਾਂਦਾ ਜੀ ਇੰਨਿਆਂ ਥਾਵਾਂ ਤੋਂ ਘੁੰਮ ਕੇ ਆਇਆ ਜੀ, ਆਏ ਦਾ ਇਹਦਾ ਕਰੋ ਟੈਸਟ। ਕਿਸੇ ਨੇ ਲੋੜ ਨਹੀਂ ਸਮਝੀ, ਉਹ ਆ ਗਿਆ ਸ਼ਹਿਰ ਵਿੱਚ ਘੁੰਮਦਾ ਰਿਹਾ, ਫਿਰ ਬਿਮਾਰ ਹੋ ਗਿਆ। ਪਤਾ ਨਹੀਂ ਕਿੰਨੇ ਲੋਕਾਂ ਨੂੰ ਮਿਲਿਆ, 10 ਨੂੰ ਮਿਲਿਆ, 20 ਨੂੰ ਕਿ 40 ਨੂੰ ਮਿਲ ਗਿਆ। ਉਹਦੇ ਤੋਂ ਬਾਅਦ ਪਤਾ ਲੱਗਾ ਕਿ ਉਹ ਕਰੋਨਾ ਵਾਇਰਸ ਦੀ ਇਸ
ਬਿਮਾਰੀ ਤੋਂ ਪੋਜ਼ਿਟਿਵ ਆ, ਪੀੜਤ ਆ। ਜੀ ਉਸ ਇਕੱਲੇ ਦੇ ਪੀੜਤ ਹੋਣ ਨਾਲ ਜਿਹੜਾ ਨਵਾਂ ਸ਼ਹਿਰ ਜ਼ਿਲ੍ਹਾ ਸਾਰੇ ਕੁਝ ਚੋਂ ਬਚ ਗਿਆ ਸੀ, ਸਮੱਸਿਆ ਉੱਥੇ ਦੁਬਾਰਾ ਆ ਸਕਦੀ ਹੈ। ਇਕੱਲਾ ਇਹੋ ਕਿਉਂ? ਦੂਜੀ ਗੱਲ ਸੁਣ ਲਓ, ਹਜ਼ੂਰ ਸਾਹਿਬ ਤੋਂ ਆਮ ਤੌਰ ਤੇ ਲੋਕ ਬੱਸਾਂ ਤੇ ਆ ਰਹੇ, ਜਿਹੜੀਆਂ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਭੇਜੀਆਂ ਨੇ ਜੀ। ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਵਾਲੀਆਂ ਬੱਸਾਂ ਤੋਂ ਸਿਵਾ ਇੱਕ ਉੱਥੋਂ ਟੈਂਪੂ ਟਰੈਵਲਰ ਵੀ ਆਇਆ। ਕੁਝ ਲੋਕ ਕਰਕੇ ਆਏ ਜਾਂ ਸਰਕਾਰ ਨੇ ਕਰਕੇ ਦਿੱਤਾ ਹੈ, ਮੈਨੂੰ ਪਤਾ ਨਹੀਂ। ਉਹ ਟੈਂਪੂ ਟਰੈਵਲਰ ਅੱਜ ਖਬਰ ਆਈ ਹੈ ਕਿ ਖੇਮਕਰਨ ਇਲਾਕੇ ਵਿੱਚ ਚਲਾ ਗਿਆ। ਕਹਿੰਦੇ ਆ ਕਿ ਉੱਥੋਂ ਤੁਰਨ ਲੱਗਿਆ ਉਹਦਾ ਟੈਸਟ ਕੀਤਾ ਗਿਆ ਸੀ ਜਾਂ ਰਸਤੇ 'ਚ ਕਿਤੇ ਕੀਤਾ ਗਿਆ ਸੀ। ਇੱਥੋਂ ਸਵਾਰੀਆਂ ਛੱਡ ਕੇ ਚਲਾ ਗਿਆ। ਬਾਅਦ ਵਿੱਚ ਰੌਲਾ ਪੈ ਗਿਆ ਕਿ ਉਹਦੀ ਟੈਸਟ ਰਿਪੋਰਟ ਕਰੋਨਾ ਪੋਜ਼ਿਟਿਵ ਦੀ ਆ ਗਈ ਜੀ। ਹੁਣ ਪੁਲਿਸ ਇੱਥੇ ਜਾ ਕੇ ਜਿੰਨੇ ਲੋਕ ਇੱਥੇ ਉਸ ਇਲਾਕੇ 'ਚ ਆਏ ਆ ਥੋੜ੍ਹੀ ਦੇਰ ਪਹਿਲਾਂ ਹੀ ਖਬਰ ਆਈ ਹੈ। ਖਬਰ ਅਜੇ ਮੈਂ ਨਹੀਂ ਕਹਿ ਸਕਦਾ ਕਿ ਸੱਚੀ ਕਿ ਨਹੀਂ, ਪਰ ਜਿਹੜੀ ਜ਼ਿੰਮੇਵਾਰ ਏਜੰਸੀ ਨੇ ਔਰ ਜ਼ਿੰਮੇਵਾਰ ਅਖਬਾਰ ਨੇ ਆਪਣੀ ਸਾਈਡ ਤੇ ਚਾੜੀ ਹੈ, ਉਹ ਅਖਬਾਰ ਛੋਟਾ ਜਿਹਾ ਨਹੀਂ ਬਹੁਤ ਵੱਡਾ, ਉਹਨਾਂ ਨੇ ਚਾੜੀ। ਉਹ ਕਹਿੰਦੇ ਜੀ ਇਸ ਵੇਲੇ ਪੁਲਿਸ ਉਹਨਾਂ ਸਾਰੇ ਬੰਦਿਆਂ ਨੂੰ ਘਿਰ ਕੇ ਉਹਨਾਂ ਦੇ ਟੈਸਟ ਕਰਾਉਣ ਵਾਸਤੇ ਸਿਹਤ ਵਿਭਾਗ ਦੀ ਟੀਮ ਵੀ ਲੱਗੀ ਹੋਈ ਆ। ਜੇ ਕੱਲ੍ਹ ਨੂੰ ਉਹਨਾਂ 'ਚੋਂ 5-7 ਨਿਕਲਿਆ ਜੀ, ਇਹ ਸਾਰਾ ਕੁਝ ਜਿਹੜਾ ਇਹਨੂੰ ਕੰਟਰੋਲ ਕਰਨਾ ਚਾਹੀਦਾ। ਅੱਜ ਹੀ ਖਬਰ ਆਈ ਹੈ ਕਿ ਅਸਾਮ ਦੇ ਵਿੱਚ 3 ਬੱਸਾਂ ਭਰ ਕੇ ਬੱਚੇ ਚਲੇ ਗਏ ਨੇ ਜਿਹੜੇ ਰਾਜਸਥਾਨ 'ਚ ਪੜ੍ਹਦੇ ਸੀ। ਪਰਮਿਸ਼ਨ ਕੋਈ ਨਹੀਂ, ਉੱਦਾਂ ਹੀ ਚਲੇ ਗਏ ਨੇ, ਬੱਸਾਂ ਭਰ ਕੇ ਚਲੇ ਗਏ, ਰਸਤੇ 'ਚ ਆ ਕੇ ਲੰਘੀ ਗਏ। ਜਿਹੜੇ ਰਸਤੇ 'ਚ ਇੰਟਰਸਟੇਟ ਬੈਰੀਅਰ ਨੇ ਉੱਥੋਂ ਲੋਕ ਕਿੱਦਾਂ ਲੰਘ ਜਾਂਦੇ ਆ ਬਗੈਰ ਪਰਮਿਟਾਂ ਤੋਂ? ਇਹ ਬੱਸਾਂ, ਇਹਦਾ ਮਤਲਬ ਤਾਂ ਇੱਕੋ ਹੀ ਆ ਕਿ ਇਹੋ ਜਿਹੇ ਮੌਕੇ ਵੀ ਉੱਥੇ ਖੜੇ ਬੰਦੇ ਕੁਝ ਨਾ ਕੁਝ ਹਲਵਾ ਮੰਡਾ ਆਪਣਾ ਕਰੀ ਜਾਂਦੇ ਤਾਂ ਬੱਸਾਂ ਲੰਘ ਰਹੀਆਂ ਨੇ, ਕਿੱਦਾਂ ਲੰਘ ਸਕਦੀਆਂ ਨੇ ਜੀ? ਜਦ ਤੱਕ ਸਾਡੇ ਦੇਸ਼ ਦੇ ਵਿੱਚ ਆਹ ਪੈਸੇ ਲੈਣ ਵਾਲਾ ਕੋੜ ਮੁੱਕਦਾ ਨਹੀਂ। ਅਜੇ 1 ਹਫ਼ਤਾ ਪਹਿਲਾਂ ਦੀ ਗੱਲ ਹੈ, ਹੁਸ਼ਿਆਰਪੁਰ ਜ਼ਿਲ੍ਹੇ 'ਚ ਇੱਕ ਥਾਣੇਦਾਰ ਪੈਸੇ ਲੈਂਦਾ ਫੜਿਆ ਗਿਆ। ਉਹਨੇ ਨਾਕੇ ਤੋਂ ਟਰੱਕ ਲੰਘਾਤਾ ਸੀ, ਗੋਦਾਮ 'ਚੋਂ ਜਾ ਕੇ ਪੈਸੇ ਲੈਣ ਲੱਗਾ ਤੇ ਵੀਡੀਓ ਬਣ ਗਈ, ਉਹ 'ਚ ਫਸ ਗਿਆ, ਉਹਨੂੰ ਨੌਕਰੀ ਤੋਂ ਕੱਢਤਾ। ਕੱਲ੍ਹ ਖਬਰ ਇੱਕ ਗਿੱਦੜਬਾਹੇ ਤੋਂ ਆਈ ਸੀ, ਉੱਥੇ ਇੰਸਪੈਕਟਰ ਦੀ ਸੀ ਕਿ ਇੰਨੇ ਪੈਸੇ ਲੈ ਲਏ ਅਤੇ ਇੰਨੀਆਂ ਪੇਟੀਆਂ ਸ਼ਰਾਬ ਦੀਆਂ ਲੈ ਲਈਆਂ, ਉਹਦੇ 'ਚੋਂ ਵੀ ਸਸਪੈਂਡ ਹੋਇਆ। ਇਹ ਪੁਲਿਸ ਸਾਰੀ ਅਸੀਂ ਬੁਰੀ ਨਹੀਂ ਕਹਿੰਦੇ, ਪਰ ਸਾਰੀ ਚੰਗੀ ਵੀ ਨਹੀਂ ਜੀ। ਪੁਲਿਸ ਨੇ ਅੱਜ ਇੱਕ ਕੰਮ ਹੋਰ ਕੀਤਾ ਕਿ ਉਹ ਜਿਹੜਾ ਨਿਹੰਗਾਂ ਨਾਲ ਹਮਲੇ 'ਚ ਜਿਹੜੇ ਹਰਜੀਤ ਸਿੰਘ ਦਾ ਗੁੱਟ ਵੱਢਿਆ ਗਿਆ ਸੀ, ਅੱਜ ਸਾਰੇ ਪੰਜਾਬ ਦੀ ਪੁਲਿਸ ਨੇ DGP ਤੋਂ ਲੈ ਕੇ ਸਿਪਾਹੀਆਂ ਤੱਕ ਹਰ ਇੱਕ ਨੇ ਆਪੋ ਆਪਣੇ ਸੀਨਿਆਂ 'ਤੇ ਜਿਹੜੀ ਆਪਣੀ ਪਲੇਟ ਲੱਗੀ ਹੁੰਦੀ ਆ, ਉਹ ਪਲੇਟ ਆਪਣੇ ਨਾਂ ਦੀ ਲਾ ਕੇ ਹਰ ਇੱਕ ਨੇ ਉੱਥੇ ਹਰਜੀਤ ਸਿੰਘ ਦੇ ਨਾਂ 'ਤੇ ਲਾਈ ਆ ਅਤੇ ਸਾਰਿਆਂ ਨੇ ਉੱਥੇ ਲਿਖ ਕੇ ਲਾਇਆ ਆਈ ਐਮ ਆਲਸੋ ਹਰਜੀਤ ਸਿੰਘ। ਇਹ ਪੁਲਿਸ ਵਿੱਚ ਇੱਕ ਮੁੱਠਤਾ ਵੀ ਹੈ। ਪਰ ਆਹ ਜਿਹੜੀਆਂ ਪੁਲਿਸ ਵਿੱਚ ਬਲੈਕ ਸ਼ੀਪਸ ਨੇ, ਜਿਹੜੀਆਂ ਕਾਲੀਆਂ ਭੇਡਾਂ ਨੇ, ਉਹ ਸਾਡੇ ਪੰਜਾਬ ਦੇ ਨਾਕੇ 'ਤੇ ਹੋਣ, ਯੂਪੀ ਦੇ 'ਤੇ ਹੋਣ, ਹਰਿਆਣੇ ਵਾਲੇ 'ਤੇ ਹੋਣ, ਕਿਸੇ ਦੇ ਉੱਤੇ ਵੀ ਹੋਣ, ਜਿਹੜੀਆਂ ਕਾਲੀਆਂ ਭੇਡਾਂ ਇੱਦਾਂ ਟਰੱਕ ਲੰਘਾਈ ਜਾਂਦੀਆਂ, ਬੱਸਾਂ ਲੰਘਾਈ ਜਾਂਦੀਆਂ, ਕੋਈ ਬਠਿੰਡੇ ਆ ਜਾਂਦਾ, ਕੋਈ ਨਵੇਂ ਸ਼ਹਿਰ ਆ ਜਾਂਦਾ, ਕੋਈ ਇੱਥੋਂ ਨਿਕਲ ਕੇ ਅਸਾਮ ਪਹੁੰਚ ਜਾਂਦਾ। ਇਹ ਸਾਰਾ ਕੁਝ ਜਿਹੜਾ ਰੋਕਣਾ ਪਊਗਾ। ਹੁਣੇ ਕੁਛ ਦਿਨਾਂ ਤੋਂ ਪਿਛਲਿਆਂ ਤੋਂ ਕੰਬਾਈਨਾਂ ਵਾਲੇ ਵੀ ਬਾਹਰ ਗਏ ਸੀ। ਪਹਿਲਾਂ ਤਾਂ ਇਹ ਸੀ ਕੰਬਾਈਨਾਂ ਵਾਲਿਆਂ ਨੂੰ ਆਉਣ ਕੋਈ ਨਹੀਂ ਦੇ ਰਿਹਾ, ਫਿਰ ਪਤਾ ਲੱਗਾ ਹੁਣ ਕੰਬਾਈਨਾਂ ਵਾਲੇ ਆਉਣ ਲੱਗ ਪਏ ਨੇ, ਅਤੇ ਜਿੰਨੇ ਕੁ ਆਏ ਆ ਉਹ ਸਾਰੇ ਆ ਕੇ ਦੱਸਦੇ ਕੀ ਆ, ਸਾਡਾ ਤਾਂ ਜੀ ਕਿਸੇ ਨੇ ਕੋਈ ਟੈਸਟ ਟੂਸਟ ਨਹੀਂ ਕੀਤਾ। ਸਾਨੂੰ ਇਹ ਖਬਰਾਂ ਮਿਲੀਆਂ ਸੀ ਕਿ ਪੰਜਾਬ ਸਰਕਾਰ ਨੇ ਕਿਹਾ ਕਿ ਉੱਥੇ ਰੋਕ ਕੇ ਉਹਨਾਂ ਦੀ ਕੰਬਾਈਨ ਬੰਦੇ ਉਤਾਰ ਲਓ, ਉਹਨਾਂ ਦੇ ਟੈਸਟ ਕਰੋ, ਸਾਰਾ ਕੁਝ ਚੈੱਕ ਕਰੋ, ਜਿਹੜੇ ਉਹਨਾਂ ਦੇ ਸੈਂਪਲ ਲੈਣੇ ਉਹ ਲੈ ਲਓ, ਅਤੇ ਜਿਹੜੀ ਮਸ਼ੀਨ ਆ ਉਹਨੂੰ ਖੜੀ ਕਰਕੇ ਉਹਦਾ ਟੂਲ ਬਾਕਸ ਵੀ ਸਾਰੇ ਟੂਲ ਜਿਹੜੇ ਆ ਸੈਨੀਟਾਈਜ਼ ਕਰੋ, ਉਹਨਾਂ ਦਾ ਸਟੀਅਰਿੰਗ, ਉਹਨਾਂ ਦਾ ਗੇਅਰ ਲੀਵਰ, ਸਾਰੀਆਂ ਚੀਜ਼ਾਂ, ਸੀਟਾਂ ਤੱਕ ਜਿਹੜੇ ਉੱਪਰ ਬਾਕਸ ਦੇ ਵਿੱਚ ਸੌਂਦੇ ਨੇ ਉਹ ਵੀ ਸਾਰਾ ਕੁਝ ਸੈਨੀਟਾਈਜ਼ ਕਰੋ। ਅਤੇ ਹੁਣ ਪਤਾ ਇਹ ਲੱਗਦਾ ਪਿਆ ਕਿ ਉਹਨਾਂ ਨੂੰ ਕਿਸੇ ਨੇ ਰਾਹ 'ਚ ਪੁੱਛਿਆ ਤੱਕ ਨਹੀਂ, ਨਾਕਿਆਂ ਤੋਂ ਆਰਾਮ ਨਾਲ ਲੰਘ ਆਏ ਆ। ਇੰਨਾ ਸਸਤਾ ਕੰਮ ਕਿੱਦਾਂ ਚੱਲ ਰਿਹਾ ਜੀ? ਫਿਰ ਸਰਕਾਰ ਉੱਤੇ ਕੁਛ ਕਰਦੀ ਹੈ, ਥੱਲੇ ਜੋ ਮਰਜ਼ੀ ਹੋਈ ਜਾ ਰਿਹਾ, ਕੋਈ ਪੁੱਛਣ ਵਾਲਾ ਹੀ ਨਹੀਂ। ਇਹ ਸਰਕਾਰ ਨੂੰ ਫਿਰ ਰਾਜ ਦੀ ਸਰਕਾਰ ਹੋਵੇ ਅਤੇ ਚੰਡੀਗੜ੍ਹ ਤੋਂ ਥੱਲੇ ਜਿਹੜਾ ਖੁਰਦਬੀਨ ਨਾਲ ਵੇਖਣਾ ਪਊਗਾ ਕਿ ਜੋ ਉਹਨਾਂ ਨੇ ਹਦਾਇਤਾਂ ਦਿੱਤੀਆਂ ਥੱਲੇ ਤੱਕ ਪਹੁੰਚਦੀਆਂ ਵੀ ਆ, ਉਹਨਾਂ 'ਤੇ ਅਮਲ ਹੁੰਦਾ ਵੀ ਆ। ਅਫਸਰ ਅਗਲੇ ਪਾਸੇ ਜਾ ਕੇ ਚੈੱਕ ਵੀ ਕਰਦੇ ਆ ਕਿ ਦਫ਼ਤਰ ਵਿੱਚ ਬੈਠੇ ਸਿਰਫ ਮੈਸੇਜ ਭੇਜੀ ਜਾਂਦੇ ਆ ਕਿ ਆਪਾਂ ਕਾਹਨੂੰ ਭੀੜ 'ਚ ਜਾਣਾ, ਖਤਰਾ ਮੁੱਲ ਲੈਣ ਦੀ ਲੋੜ ਨਹੀਂ। ਕੇਂਦਰ ਸਰਕਾਰ ਨੂੰ ਵੀ ਜਿਹੜੇ ਇੰਟਰਸਟੇਟ ਨਾਕੇ ਆ ਉਹਨਾਂ ਸਾਰਿਆਂ ਦੇ ਉੱਤੇ ਉਹ ਹੁਣ ਫਰਜ਼ ਕਰੋ ਪੰਜਾਬ ਤੇ ਹਰਿਆਣੇ ਦਾ ਨਾਕਾ ਹੋਵੇ ਜੀ। ਸ਼ੰਭੂ ਵਾਲੇ ਬੈਰੀਅਰ ਦੇ ਉੱਤੇ ਪੰਜਾਬ ਦੀ ਪੁਲਿਸ ਗੜਬੜ ਕਰਦੀ ਹੈ ਕਿ ਹਰਿਆਣੇ ਵਾਲੀ ਕਰਦੀ ਹੈ? ਪੰਜਾਬ ਵਾਲੇ ਹੋ ਸਕਦਾ ਕੱਲ੍ਹ ਨੂੰ ਹੇਠਲੇ ਅਫਸਰ ਆਪਣੇ ਬੰਦਿਆਂ ਨੂੰ ਬਚਾਉਣ, ਹਰਿਆਣੇ ਵਾਲੇ ਆਪਣਿਆਂ ਨੂੰ ਬਚਾਉਣ, ਪਰ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੂੰ ਇਹ 'ਤੇ ਨਜ਼ਰ ਰੱਖਣੀ ਚਾਹੀਦੀ ਹੈ ਕਿ ਇੱਕ ਬੱਸ ਰਾਜਸਥਾਨ ਤੋਂ ਨਿਕਲ ਕੇ ਯੂਪੀ 'ਚ ਜਾਂਦੀ ਹੈ, ਯੂਪੀ 'ਚੋਂ ਬਿਹਾਰ 'ਚ, ਬਿਹਾਰ 'ਚੋਂ ਬੰਗਾਲ 'ਚ, ਘੁੰਮਦੀ ਉਹ ਅਸਾਮ ਤੱਕ ਚਲ ਜਾਂਦੀ ਹੈ ਅਤੇ ਇਹਨਾਂ ਥਾਵਾਂ 'ਤੇ ਕੋਈ ਚੈੱਕ ਹੀ ਨਹੀਂ ਕਰਦਾ ਜੀ। ਇਹਦਾ ਮਤਲਬ ਤੇ ਹੈ ਕਿ ਸਾਰਾ ਖੁੱਲ੍ਹਾ ਖਾਤਾ ਮੈਰਾਥਨ ਚੱਲ ਰਹੀ ਹੈ, ਕੋਈ ਪੁੱਛਣ ਵਾਲਾ ਹੀ ਹੈ ਨਹੀਂ। ਜੇ ਇਸ ਤਰ੍ਹਾਂ ਦੇ ਹਾਲਾਤ ਰਹਿਣ ਤਾਂ ਫਿਰ ਤਾਂ ਦੇਸ਼ ਦੀ ਸਿਕਿਉਰਿਟੀ ਨੂੰ ਵੀ, ਇਹਦੀ ਸੁਰੱਖਿਆ ਨੂੰ ਵੀ ਖਤਰਾ ਹੋ ਸਕਦਾ ਜੀ। ਇਹ ਸਾਰਾ ਕੁਝ ਇਹੋ ਜਿਹੇ ਖਾਸ ਹਾਲਾਤ 'ਚ ਕਰੋਨਾ ਵਾਇਰਸ ਦੇ ਜਦੋਂ ਖਤਰਾ, ਉਦੋਂ ਜ਼ਰੂਰ ਚੈੱਕ ਕੀਤਾ ਜਾਣਾ ਚਾਹੀਦਾ।
ਇੱਕ ਪਾਸੋਂ ਆਪਾਂ ਜਾਂਦੇ ਜਾਂਦੇ ਗੱਲ ਕਰ ਲਈ, ਕੋਈ ਕਹਿੰਦੇ ਗਠੀਏ ਦੀ ਦਵਾਈ ਕਹਿੰਦੇ ਵੀ ਉਹ ਕਾਮਯਾਬ ਹੈ ਕਰੋਨਾ ਦੇ, ਕੋਈ ਭਾਰਤੀ ਡਾਕਟਰ ਹੈ ਅਮਰੀਕਾ 'ਚ, ਉਹਨੇ ਕਹਿੰਦੇ ਕਿਹਾ। ਦੇਖੋ ਮੈਂ ਅਜੇ ਤੱਕ ਉਹਦੇ ਬਾਰੇ ਪੱਕਾ ਨਹੀਂ, ਹੋ ਸਕਦਾ ਦੇਸੀ ਦਵਾਈਆਂ ਬਹੁਤ ਕਾਮਯਾਬ ਵੀ ਹੋ ਜਾਂਦੀਆਂ ਨੇ। ਜੀ ਜੀ। ਆਯੁਰਵੈਦਿਕ ਦਾ ਡਾਕਟਰ ਆ, ਭਾਰਤੀ ਆ, ਉਹਨੇ ਅਮਰੀਕਾ 'ਚ ਆਖਿਆ ਕਿ ਜਿਹੜੇ ਆਰਥਰਾਈਟਿਸ ਦੀ ਦਵਾਈ ਆ ਉਹ ਇਹਦੇ 'ਤੇ ਕਰੋਨਾ ਵਾਇਰਸ ਦੇ ਉੱਤੇ ਇਫੈਕਟਿਵ ਸਾਬਤ ਹੋ ਰਹੀ ਹੈ। ਦੂਜਾ ਇਹ ਕਿ ਕੱਲ੍ਹ ਸਾਡੇ ਕੋਲ ਰਿਪੋਰਟ ਆਈ ਸੀ ਕਿ ਪੰਜਾਬ ਦੇ ਇੱਕ ਬਹੁਤ ਵੱਡੇ ਹੈਲਥ ਡਿਪਾਰਟਮੈਂਟ ਨਾਲ ਜੁੜਿਆ ਅਦਾਰਾ, ਸਾਡੇ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਅਦਾਰਾ ਜੀ, ਉੱਥੇ ਪਤਾ ਲੱਗਾ ਜਿਹੜੇ ਕੋਹੜ ਦੇ ਰੋਗੀਆਂ 'ਤੇ ਦਵਾਈ ਵਰਤੀ ਜਾਂਦੀ ਹੈ, ਕੁਸ਼ਟ ਰੋਗੀਆਂ 'ਤੇ, ਉਹ ਦਵਾਈ ਉਹਦਾ ਕੁਝ ਹਿੱਸਾ ਜਿਹੜਾ ਇਹ ਕਰੋਨਾ ਪੋਜ਼ੀਟਿਵ ਦੇ ਜਿਹੜੇ ਬਹੁਤ ਗੰਭੀਰ ਕੇਸ ਹੈ ਜਿਨ੍ਹਾਂ 'ਚ ਇਹ ਜਾਪਦਾ ਕਿ ਮੋੜਾ ਨਹੀਂ ਪੈਣਾ, ਉਹਨਾਂ ਉੱਤੇ ਵਰਤੀ ਗਈ ਅਤੇ ਉਹਦੇ ਵੀ ਚੰਗੇ ਸਿੱਟੇ ਨਿਕਲੇ। ਇੱਦਾਂ ਸਭ ਥਾਵਾਂ 'ਤੇ ਹਰ ਕੋਈ ਆਪੋ ਆਪਣੀ ਥਾਂ 'ਤੇ ਤਿਆਰੀ ਕਰਦਾ ਪਿਆ। ਸਾਡੇ ਇੱਕ ਇੱਥੇ ਸੀਰਮ ਇੰਸਟੀਚਿਊਟ ਆਫ ਇੰਡੀਆ SII ਜੀ, ਉਹ ਤੋਂ ਅੱਜ ਖਬਰ ਆਈ ਹੈ ਕਿ ਉਹ ਵੀ ਦਵਾਈ ਬਣਾਉਣ ਦੇ ਬਿਲਕੁਲ ਨੇੜੇ ਚਲੇ ਗਏ। ਉਹ ਕਹਿੰਦੇ ਟ੍ਰਾਇਲ ਸਾਡੇ ਕਾਫੀ ਪੋਜ਼ੀਟਿਵ ਰਿਜ਼ਲਟ ਦੇ ਰਹੇ, ਉਹਨਾਂ ਤੋਂ ਵੀ ਚੰਗਾ ਹੋ ਸਕਦਾ। ਸੋ ਅਮਰੀਕਾ ਵਾਲਿਆਂ ਨੂੰ ਅਜੇ ਅਸੀਂ ਮੰਨ ਵੀ ਨਹੀਂ ਸਕਦੇ, ਅਤੇ ਉਸ ਜਿਹੜੀ ਗੱਲ ਉਹਨੇ ਆਖੀ ਆ ਉਹਨੂੰ ਇੱਕਦਮ ਰੱਦ ਕਰਨਾ ਵੀ ਔਖਾ। ਜੀ, ਉਹਨਾਂ ਤੋਂ ਤੁਸੀਂ ਸਮਾਂ ਕੱਢਿਆ, ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਅਤੇ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾ ਦਿਆਂ ਕਿ ਜੇ ਤੁਸੀਂ ਪੰਜਾਬੋਂ ਬਾਹਰ ਬੈਠੇ ਹੋ ਕਿਸੇ ਦੇਸ਼ ਦੇ ਵਿੱਚ ਵੀ, ਤਾਂ ਤੁਸੀਂ ਉਹ ਜਿਹੜਾ ਲਿੰਕ ਤੁਹਾਨੂੰ ਮਿਲਿਆ ਸੀ ਉਸ ਲਿੰਕ ਦੇ ਉੱਪਰ, ਦੇਸ਼ ਤੋਂ ਬਾਹਰ ਬੈਠੇ, ਹਾਂਜੀ ਹਾਂਜੀ, ਦੇਸ਼ ਤੋਂ ਬਾਹਰ ਕਿਤੇ ਵੀ ਬੈਠੇ ਹੋ, ਅਤੇ ਉੱਥੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ, ਅਤੇ ਵਾਪਸੀ ਮਿਲੀ ਚਾਰਾ ਜੀ ਹੋ ਸਕਦੀ ਹੈ। ਹੁਣ ਦਿਓ ਇਜਾਜ਼ਤ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।